ਇਹ ਪਵਿੱਤਰ ਸ਼ਬਦ ਸ਼੍ਰੀ ਰਾਗ ਵਿੱਚ ਹਾਲਾਂਕਿ ਇੱਕ ਗੱਲ ਵਿਦਿਤ ਰਵੇ, ਭਾਵੇਂ ਅੱਜ ਸ਼ਰੋਤਿਆਂ ਦੀ ਦਿਲਚਸਪੀ ਨੂੰ ਦੇਖ ਕੇ ਕੀਰਤਨ ਕਰਨ ਵਾਲੇ ਵੀਰ ਵੀ ਇਹ ਦੇਖਦੇ ਨੇ ਵੀ ਆਡੀਅנס ਕੀ ਚਾਹੁੰਦਾ ਹੈ, ਸਾਮਈਨ ਕੀ ਚਾਹੁੰਦਾ ਹੈ, ਸ਼ਰੋਤਾ ਕੀ ਚਾਹੁੰਦਾ ਹੈ, ਕਿਉਂਕਿ ਸ਼ਰੋਤਿਆਂ ਵਾਸਤੇ ਉਹਨੇ ਗਾਵਣਾ ਔਰ ਕੁਝ ਹਲਕੀਆਂ ਫੁਲਕੀਆਂ ਰੀਤਾਂ ਜਿਹੜੀਆਂ ਨੇ ਉਹ ਹੁਣ ਜ਼ਿਆਦਾ ਉਹਨਾਂ ਦਾ ਟ੍ਰੈਂਡ ਹੈ। ਪਰ ਇੱਕ ਗੱਲ ਤੁਹਾਡਾ ਚੌਕੀਦਾਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਜਾਵਾਂ ਵੀ ਇਹ ਜ਼ਿਕਰ ਬਾਅਦ ਵਿੱਚ ਹੈ ਕਿ ਇਹ ਬਾਣੀ ਕਿਸ ਗੁਰੂ ਸਾਹਿਬ ਦੀ ਹੈ, ਪਹਿਲੇ ਦੀ, ਦੂਜੇ, ਤੀਜੇ, ਚੌਥੇ, ਪੰਜਵੇਂ ਜਾਂ ਨੌਵੇਂ ਦੀ, ਇਹ ਜ਼ਿਕਰ ਬਾਅਦ ਵਿੱਚ ਹੈ। ਪਰ ਰਾਗ ਦਾ ਜ਼ਿਕਰ ਉਦੋਂ ਵੀ ਪਹਿਲਾਂ। ਇਹਦਾ ਮਤਲਬ ਕਿ ਰਾਗ ਦਾ ਆਪਣੇ ਆਪ ਵਿੱਚ ਬਹੁਤ ਮਹੱਤਵ ਹੈ। ਇਸ਼ਾਰਾ ਹੈ ਵੀ ਹੇਠ ਲਿਖਿਆ ਸ਼ਬਦ ਸ਼੍ਰੀ ਰਾਗ ਵਿੱਚ ਗਾਇਨ ਕਰਨਾ। ਮਹਲਾ ਜਾਂ ਮਹੱਲਾ ਜਾਂ ਮਹਿਲਾ ਉਚਾਰਨ ਗੁਰਮੁਖ ਪਿਆਰੇ ਤਿੰਨ ਚਾਰ ਤਰ੍ਹਾਂ ਕਰਦੇ ਨੇ। ਮੁਰਾਦ ਇਹਦੇ ਤੋਂ ਇਹ ਹੀ ਹੈ ਵੀ ਇਹ ਚੌਥੇ ਸਰੀਰ ਵਿੱਚ ਜਦੋਂ ਗੁਰੂ ਨਾਨਕ ਦੀ ਜੋਤ ਨੇ ਸਫ਼ਰ ਕੀਤਾ ਉਸ ਵੇਲੇ ਉਚਾਰਨ ਕੀਤਾ, ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਦਾ। ਔਰ ਸ਼ੰਤ ਜੋ ਹੈ ਇਹ ਕਵਿਤਾ ਦੀ ਇੱਕ ਚਾਲ ਹੈ, ਕਵਿਤਾ ਦੀ ਸਾਹਿਤ ਦੀ ਦੁਨੀਆ ਵਿੱਚ ਜੋ ਕਾਵ ਰੂਪ ਹੈ ਉਹਦੀ ਇੱਕ ਕਿਸਮ ਹੈ। ਜਿਸ ਤਰ੍ਹਾਂ ਇੱਕ ਪਦੇ ਵਾਲੇ ਸ਼ਬਦ ਨੇ, ਦੋ ਪਦੇ, ਤਿੰਨ ਪਦੇ, ਚਾਰ ਪਦੇ, ਪੰਜ ਪਦੇ, ਅਸ਼ਟ ਪਦੇ ਜਾਂ ਅਸ਼ਟਪਦੀਆਂ, ਇਸੇ ਤਰ੍ਹਾਂ ਸ਼ੰਤ ਵੀ ਇੱਕ ਕਵਿਤਾ ਦਾ ਹਿੱਸਾ ਹੈ, ਇੱਕ ਚਾਲ ਹੈ, ਇੱਕ ਕਿਸਮ ਹੈ। ਤੋ ਹਜ਼ੂਰ ਮੰਗਲਾਚਰਨ ਵਜੋਂ ਭਾਈ ਗੁਰਦਾਸ ਨੂੰ ਕਹਿ ਕੇ ਨਿਰੂਪਣ ਕਰਾ ਰਹੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਔਰ ਉਹ ਜਿਹੜਾ ਅਕਾਲ ਪੁਰਖ ਹੈ ਉਹ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਕੋਈ ਮਨੁੱਖ ਕਿਤਨਾ ਹੀ ਧਨਵਾਨ ਹੋਵੇ, ਕਿਤਨਾ ਹੀ ਵਿਦਵਾਨ ਹੋਵੇ, ਕਿਤਨਾ ਹੀ ਉਹ ਪਹਿਲਵਾਨ ਹੋਵੇ ਔਰ ਉਹ ਕੋਈ ਵੀ ਦੁਨਿਆਵੀ ਕਸਬ ਆਪਣੀ ਅਕਲ ਦੇ ਬਲਬੂਤੇ ਸਿੱਖ ਜਾਏ, ਪੋਸੀਬਿਲਿਟੀ ਹੈ, ਸੰਭਾਵਨਾ ਹੈ, ਸਿੱਖ ਸਕਦਾ ਹੈ। ਪਰ ਇੱਕ ਗੱਲ ਜਗ ਜ਼ਾਹਿਰ ਹੈ ਔਰ ਕੌੜਾ ਸੱਚ ਹੈ ਵੀ ਕੋਈ ਵੀ ਜਗਿਆਸੂ, ਕੋਈ ਆਤਮਾ ਪ੍ਰਮਾਤਮਾ ਵਿੱਚ ਅਭੇਦ ਜਾਂ ਵਲੀਨ ਹੋਣਾ ਚਾਹੇ ਤੇ ਉਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਏ। ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਇਹ ਮਹਾਰਾਜ ਨੇ ਬਿਲਕੁਲ ਸਪਸ਼ਟ ਜਿਹੜਾ ਉਹ ਦੱਸ ਦਿੱਤਾ ਵੀ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਆਤਮਾ ਪਰਮਾਤਮਾ ਵਿੱਚ ਵਲੀਨ ਨਹੀਂ ਹੋ ਸਕਦੀ। ਮੁੰਦ ਇਆਣੀ ਪਈੜੈ, ਕਿਉ ਕਰ ਹਰ ਦਰਸ਼ਨ ਪਿਖੈ। ਸਤ ਸੰਗਤ ਮੁੰਦ ਇਆਣੀ ਪਈੜੈ, ਕਿਉ ਕਰ ਹਰ ਦਰਸ਼ਨ ਪਿਖੈ। ਪੱਪੇ ਨੂੰ ਸ਼ਾਰੀ, ਖੱਕੇ ਨੂੰ ਦਲਾਵਾਂ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਵੀ ਮੁੰਦ, ਮੁੰਦ ਦੇ ਅਖਰੀ ਅਰਥ ਨੇ ਮੁਗਧਾ। ਮੁਗਧਾ ਮੈਨੇ ਜਵਾਨ ਇਸਤਰੀ। ਮੁੰਦ ਸ਼ਬਦ ਕੋਈ ਬਿਰਧ ਬੀਬੀ ਹੋਵੇ ਤੇ ਉਹਦੇ ਲਈ ਨਹੀਂ ਯੂਜ਼ ਕੀਤਾ ਜਾ ਸਕਦਾ ਲਿਟਰੇਰੀ ਦੁਨੀਆ ਵਿੱਚ। ਕੋਈ ਬਾਲੜੀ ਹੈ ਉਹਦੇ ਵਾਸਤੇ ਵੀ ਯੂਜ਼ ਨਹੀਂ ਕੀਤਾ ਜਾ ਸਕਦਾ। ਮੁੰਦ ਹੈ ਤੇ ਇਸਤਰੀ ਵਾਸਤੇ ਪਰ ਜਵਾਨ ਇਸਤਰੀ ਵਾਸਤੇ। ਜਿਸ ਤਰ੍ਹਾਂ ਗੱਭਰੂ ਸ਼ਬਦ ਅਸੀਂ ਕਿਸੇ ਬਿਰਧ ਵਾਸਤੇ ਨਹੀਂ ਵਰਤ ਸਕਦੇ, ਕਿਸੇ ਬੱਚੇ ਵਾਸਤੇ ਨਹੀਂ ਵਰਤ ਸਕਦੇ। ਗੱਭਰੂ ਮੂੰਹੋਂ ਨਿਕਲਦਿਆਂ ਸਾਰ ਸਾਹਮਣੇ ਇੱਕ ਨੌਜਵਾਨ ਦੀ ਤਸਵੀਰ ਆ ਜਾਂਦੀ। ਇਸ ਤਰ੍ਹਾਂ ਮੁੰਦ ਇੱਕ ਨੌਜਵਾਨ ਇਸਤਰੀ। ਹਜ਼ੂਰ ਕਹਿੰਦੇ ਨੇ ਮੁੰਦ ਇਆਣੀ ਪਈੜੈ, ਕਿਉਂ ਕਰ ਹਰ ਦਰਸ਼ਨ ਪਿਖੈ। ਜਿਸ ਤਰ੍ਹਾਂ ਮੈਂ ਅਕਸਰ ਅਰਜ਼ ਕਰਨਾ ਵੀ ਗੁਰਬਾਣੀ ਹਸਾਨ ਦਾ ਤੇ ਰਵਾਨ ਦਾ ਵਿਸ਼ਾ ਨਹੀਂ, ਮੇਰੀ ਜਾਚੇ ਵਿਚਾਰ ਨੇ ਆਪਣੇ ਆਪਣੇ। ਫਿਰ ਇਹ ਵਿਸ਼ਾ ਕਾਹਦਾ ਹੈ? ਗੁਰਬਾਣੀ ਸਮਝਣ ਤੇ ਸਮਝਾਉਣ ਦਾ ਵਿਸ਼ਾ ਹੈ। ਆਓ ਸਮਝੀਏ। ਮੁੰਦ ਜਵਾਨ ਇਸਤਰੀ, ਇਆਣੀ ਅਣਜਾਣ, ਪਈੜੈ ਪੇਕੇ ਘਰ। ਜਿਸ ਤਰ੍ਹਾਂ ਦੁਨਿਆਵੀ ਪੱਖੋਂ ਕੋਈ ਬੱਚੀ ਕਿਸੇ ਘਰ ਵਿੱਚ ਜਨਮ ਲੈਂਦੀ ਹੈ, ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ, ਉਹਦਾ ਸਰੀਰ ਵਿਕਾਸ ਕਰਦਾ ਹੈ, ਉਹਦੀ ਬੁੱਧੀ ਜਿਹੜੀ ਹੈ ਵਿਕਾਸ ਕਰਦੀ ਹੈ, ਤਿਵੇਂ ਤਿਵੇਂ ਅਸੀਂ ਉਸ ਬੱਚੀ ਨੂੰ ਇਹ ਅਹਿਸਾਸ ਕਰਾਉਂਦੇ ਰਹਿੰਦੇ ਹਾਂ ਵੀ ਤੂੰ ਲੜਕੀ ਹੈ ਔਰ ਇੱਕ ਦਿਨ ਇਸ ਤਰ੍ਹਾਂ ਦਾ ਵਕਤ ਆਉਣਾ ਹੈ ਵੀ ਤੇਰੀ ਸ਼ਾਦੀ ਹੋਣੀ ਹੈ, ਤੇਰਾ ਵਿਆਹ ਹੋਣਾ ਹੈ ਔਰ ਤੂੰ ਸਹੁਰੇ ਘਰ ਜਾਣਾ ਹੈ। ਸੈਂਸ ਕੀ ਹੈ? ਮੈਂ ਉਮੀਦ ਕਰਾਂਗਾ ਤੁਸੀਂ ਦਿਲਚਸਪੀ ਦਿਖਾਓਗੇ। ਸੈਂਸ ਇਹ ਹੈ ਵੀ ਤੂੰ ਸਹੁਰੇ ਘਰ ਜਾਣਾ ਹੈ। ਸਹੁਰੇ ਘਰ ਵਿੱਚ ਲਾਡ ਨਹੀਂ ਵੇਖਿਆ ਜਾਂਦਾ, ਪੇਕੇ ਘਰ ਵਿੱਚ ਲਾਡ ਵੇਖਿਆ ਜਾਂਦਾ। ਸਹੁਰੇ ਘਰ ਕੀ ਦੇਖਿਆ ਜਾਂਦਾ ਹੈ?
ਗੁਣ ਦੇਖੇ ਜਾਂਦੇ ਨੇ। ਕਹਿੰਦੇ ਨੇ ਚੰਮ ਨਹੀਂ ਪਿਆਰਾ, ਕੰਮ ਪਿਆਰਾ। ਤੋ ਉਦਾਹਰਨਾਂ ਜਿਹੜੀਆਂ ਬਾਣੀਕਾਰਾਂ ਨੇ ਦਿੱਤੀਆਂ ਗੁਰੂ ਸਵਾਰਿਓ, ਉਹ ਫਰਸ਼ੀ ਨੇ। ਫਰਸ਼ੀ ਜੋ ਸਾਡੇ ਸਾਹਮਣੇ ਆਲੇ ਦੁਆਲੇ ਹੋ ਰਿਹਾ ਹੈ, ਜੋ ਫਰਸ਼ ਤੇ ਹੋ ਰਿਹਾ ਹੈ, ਐਗਜ਼ਾਮਪਲ ਜੋ ਦਿੱਤੀਆਂ ਤਾਂ ਕਿ ਸਾਨੂੰ ਸਮਝ ਆ ਸਕੇ, ਪਰ ਅਸਲ ਵਿੱਚ ਜਿਹੜੀ ਮੈਸੇਜ ਹੈ ਉਹ ਅਰਸ਼ੀ ਹੈ। ਗੱਲਾਂ ਅਰਸ਼ੀ ਨੇ, ਉਦਾਹਰਨਾਂ ਫਰਸ਼ੀ ਨੇ। ਸਾਨੂੰ ਇੱਕ ਲੜਕੀ ਦੇ ਜੀਵਨ ਦਾ ਪਤਾ ਹੈ, ਉਹ ਕਿਸ ਤਰ੍ਹਾਂ ਪਲਦੀ ਹੈ, ਕਿਸ ਤਰ੍ਹਾਂ ਵਿਆਹ ਹੁੰਦਾ ਹੈ, ਕਿਸ ਤਰ੍ਹਾਂ ਸਹੁਰੇ ਕਰ ਜਾਂਦੀ ਹੈ, ਕਿੰਨੀਆਂ ਕੁ ਸਹੁਰਿਆਂ ਨੂੰ ਰਿਜ਼ਾਨ ਵਿੱਚ ਕਾਮਯਾਬ ਹੁੰਦੀਆਂ ਨੇ, ਕਿੰਨੀਆਂ ਕੁ ਖਿਮਾ ਕਰਨਾ ਬਰੰਗ ਚਿੱਠੀ ਵਾਂਗੂ ਵਾਪਸ ਆਉਂਦੀਆਂ ਨੇ। ਇਹ ਸਾਰੀ ਗੱਲ ਤੋਂ ਅਸੀਂ ਭਲੀ ਪ੍ਰਕਾਰ ਵਾਕਿਫ ਹਾਂ। ਲਿਹਾਜ਼ਾ ਬਾਣੀਕਾਰਾਂ ਨੇ ਸਾਨੂੰ ਉਸ ਤਰ੍ਹਾਂ ਦੀਆਂ ਐਗਜ਼ਾਮਪਲਸ ਦੇ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਕੋਈ ਬੱਚੀ, ਉਹਦੇ ਮਾਤਾ ਪਿਤਾ ਅਵੇਅਰ ਹੋਣ ਔਰ ਉਹ ਆਪਣੀ ਬੱਚੀ ਨੂੰ ਵੀ ਅਵੇਅਰ ਕਰਨ, ਸੁਚੇਤ ਕਰਨ ਵੀ ਬੱਚੀ ਤੂੰ ਕੱਲ ਨੂੰ ਮੁਟਿਆਰ ਹੋਣਾ ਹੈ ਔਰ ਤੇਰਾ ਵਿਆਹ ਹੋਣਾ ਹੈ ਔਰ ਤੈਨੂੰ ਰਹਿਣ ਸਹਿਣ ਦੀ ਜਾਂਚ ਹੋਣੀ ਚਾਹੀਦੀ ਏ, ਕਿਵੇਂ ਤੂੰ ਜਾ ਕੇ ਪਤੀ ਦੇ ਨਾਲ ਵਿਹਾਰ ਕਰਨਾ ਹੈ, ਸੱਸ ਨਾਲ, ਸਹੁਰੇ ਨਾਲ ਔਰ ਹੋਰ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਦੇ ਨਾਲ ਕਿਵੇਂ ਤੇਰਾ ਬਿਹੇਵ ਹਿਮਸੈਲਫ ਹੋਣਾ ਚਾਹੀਦਾ ਹੈ, ਬੋਲਚਾਲ ਚੰਗਾ ਹੋਣਾ ਚਾਹੀਦਾ ਹੈ, ਆਲਸ ਨਹੀਂ ਕਰਨਾ ਇਤਿਆਦ। ਲਿਹਾਜ਼ਾ ਜੇ ਇਹਨੂੰ ਦੁਨਿਆਵੀ ਪੱਖ ਤੋਂ ਵੀ ਲੈ ਲਈਏ ਤੇ ਚੱਲਦੀ ਗੱਲ ਵਿੱਚ ਮੈਨੂੰ ਵਿਚਾਰ ਯਾਦ ਆ ਗਈ ਵੀ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪੁੱਤਰੀ ਸਤਿਕਾਰਯੋਗ ਬੀਬੀ ਵੀਰੋ ਜੀ, ਇਹੋ ਬੀਬਾ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸੱਕੀ ਭੂਆ ਲੱਗਦੀ, ਇਸ ਕਰਕੇ ਪੰਥ ਵਿੱਚ ਉਹਨਾਂ ਨੂੰ ਭੂਆ ਵੀਰੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਔਰ ਉਹਨੇ ਆਪਣੇ ਪੁੱਤਰ ਭੰਗਾਣੀ ਦੇ ਯੁੱਧ ਵਿੱਚ ਕਲਗੀਧਰ ਪਾਤਸ਼ਾਹ ਤੋਂ ਕੁਰਬਾਨ ਕੀਤੇ ਨੇ, ਕੌਮ ਤੋਂ ਕੁਰਬਾਨ ਕੀਤੇ ਨੇ, ਪੰਥ ਤੋਂ ਕੁਰਬਾਨ ਕੀਤੇ ਨੇ। ਉਹ ਬੀਬੀ ਵੀਰੋ, ਉਹ ਭੂਆ ਵੀਰੋ, ਸਾਧ ਸੰਗਤ ਜਦੋਂ ਆਨੰਦ ਕਾਰਜ ਹੋਇਆ ਤੇ ਉਹ ਵੀ ਬੜੇ ਬਖੇੜੇ ਵਿੱਚ, ਅੰਮ੍ਰਿਤਸਰ ਸਾਹਿਬ ਆਨੰਦ ਕਾਰਜ ਹੋਣਾ ਸੀ, ਅਚਾਨਕ ਹੱਲਾ ਹੋ ਜਾਣ ਕਰਕੇ ਮਹਾਰਾਜ ਉਥੋਂ ਪਾਸੇ ਲਿਜਾ ਕੇ ਵਿਆਹ ਕੀਤਾ। ਤੇ ਬੜੀ ਦਿਲਚਸਪ ਕਥਾ ਹੈ ਵੀ ਜਦੋਂ ਬੀਬਾ ਨੂੰ ਵਿਦਾ ਕਰਨ ਲੱਗੇ ਤੇ ਉਸ ਵੇਲੇ ਕੁਝ ਬੋਲ ਮਾਤ ਦਮੋਦਰੀ ਦੇ ਮੁਖੋਂ, ਕੁਝ ਬੋਲ ਗੁਰੂ ਹਰਗੋਬਿੰਦ ਸਾਹਿਬ ਦੇ ਮੁਖੋਂ ਇਤਿਹਾਸਕਾਰਾਂ ਨੇ ਕਢਾਏ ਨੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਆਖਣ ਲੱਗੇ, ਸੁਨ ਪੁੱਤਰੀ ਮੈਂ ਤੁਝੇ ਸੁਣਾऊं, पत की महिमा काहे तक गाऊं, पत की सेवा करनी सफली, पत बिन और करे सब निफली, गुर जन की इज्जत बहु करनी, सास सेव रिद माहे सो तरनी। हे पुत्री ध्यान नाल मेरी गल सुन, पति दी महिमा मैं कित्थों तक आखां। हुण ते ये तर्क वितर्क शुरू हो गया ना भी इस्त्री पति वर्त होनी चाहिए है कि मर्द पत्नी वर्त नहीं होना चाहिए। दो लावां बीबी अगे तुरे ते सिंह पिछे तुरे ते दो लावां सिंह अगे तुरे ते बीबी पिछे तुरे, इस तरह का तर्क भी शुरू हो गया। हालांकि सीने बसीने साडे कोल गल्लां आईयां ने भी गुरु साहिबान की हजूरी विच जिहड़े आनंद कारज होए इस तरह नहीं होया। पतिव्रत इस्त्री दे विच इतनी ताकत है, मिथ है भावें, वो कहंदे ने भी सत्यावान दे सावित्री प्राण वापस ले आई क्योंकि एक पतिव्रत औरत है, उहदी जुबान दे विच बल आ जांदा है। इसलिए गुरु हरगोबिंद साहब सच्चे पातशाह कह रहे ने, सुन पुत्री सुन बीबी मैं तुझे सुनाऊं, पत की महिमा कह तक गाऊं, पत की सेवा करनी सफली, पत बिन और करे सब निफली। पति ने दफ्तर जाना है, उन्होंने ड्रैस को नहीं दी, उन्होंने ब्रेकफास्ट नहीं कराया, लंच जिहड़ा टिफिन विच पाया को नहीं गा, और गुरुद्वारे दे सारे फर्श नूं पोचा मार दिता 2 वार। जिन्नी को मैनू गुरमत समझ आई है, जिस बीबी दे घर विच कलेश है, ਉਹਦੇ ਘਰ ਦੇ ਮੈਂਬਰ ਉਹਦੇ ਤੋਂ ਖੁਸ਼ ਨਹੀਂ, ਜੋ ਉਹਦਾ ਰੋਲ ਹੈ ਉਹ ਬਾਖੂਬੀ ਨਹੀਂ ਕਰ ਰਹੀ, ਤੇ ਮੈਨੂੰ ਖਿਮਾ ਕਰਨਾ, ਗੁਰੂ ਨੂੰ ਖੁਸ਼ ਕਰਨਾ ਥੋੜਾ ਔਖਾ ਹੋ ਜਾਏਗਾ, ਕਿਉਂਕਿ ਜਿਨ੍ਹਾਂ ਨੂੰ ਘਰ ਤੋਂ ਨਾਰਾਜ਼ ਕਰਕੇ ਆਈਏ ਉਹਨਾਂ ਵਿੱਚ ਵੀ ਉਹ ਬੈਠਾ ਹੈ। ਹਾਂ, ਪਤੀ ਦਾ ਵੀ ਆਪਣਾ ਜ਼ਿੰਮੇਵਾਰੀਆਂ ਨੇ, ਉਹਨੂੰ ਵੀ ਬਾਖੂਬੀ ਨਿਭਾਣੀਆਂ ਚਾਹੀਦੀਆਂ। ਫਿਰ ਮਾਤ ਨਮੋਦਰੀ ਦੀ ਵਾਰੀ ਆਈ, ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ, ਪ੍ਰਾਤੈ ਉੱਠ ਕਰ ਮੱਜਨ ਕਰਿਓ, ਗੁਰਬਾਣੀ ਕੋ ਮੁਖ ਤੇ ਰਰਿਓ, ਪੁਨਾ ਅਵਰ ਵਿਵਹਾਰ ਜੋ ਹੋਈ, भले संभारो नीके सोई। मैं मेरी ये बच्चिए, मेरे प्राणा तो भी प्यारिए, सूरज चढ़न तो बाद नहीं उठना पुत्र, सूरज दी टिक्की निकल तो पहला पहला भाव अमृत वेले दी संभाल करनी। जिहड़ी बीबी अमृत वेले उठ पवे, ਉਹਦੇ घर ਦਾ सारा काम ਉਹਦੇ ਅੱਗੇ ਲੱਗ ਤੁਰਦਾ, और ਜਿਹੜੀ घंटा लेट हो जाए ਉਹ ਫਿਰ ਦੂਜਿਆਂ ਨਾਲੋਂ ਸਾਰਾ ਦਿਨ घंटा 2 घंटे डिले ही काम रहिंदा। इसलिए सुन पुत्री प्राणन ते प्यारी,
मैं तेनू ਉਹ ਨੁਕਤੇ ਦੇ ਰਹੀ ਹਾਂ, ਜੇ ਤੂੰ ਫੋਲੋ ਕਰ ਲੈ ਤੇਰੀ ਸਾਰੀ ਉਮਰ ਸੁਖੀ ਹੋ ਜਾਏਗੀ। ਜਿਸ ਤੇ ਬੈਸ ਬਿਤੈ ਸੁਖਕਾਰੀ। ਮਾਂ ਦੱਸ, ਡੋਲੀ 'ਚ ਬੈਠੀ ਬੀਬੀ ਵੀਰੋ ਮਾਤ ਮੋਦਰੀ ਨੂੰ ਕਹਿੰਦੀ, ਕਹਿਣ ਲੱਗੀ ਸਭ ਤੋਂ ਪਹਿਲਾਂ ਪ੍ਰਾਤः ਉੱਠ ਕਰ ਮੱਜਨ ਕਰੀਓ। ਹੁਣ ਅਸੀਂ ਬਿਨਾਂ ਇਸ਼ਨਾਨ ਪਾਨ ਕੀਤੇ, ਬਿਨਾਂ ਸਵੱਛ ਬਸਤਰ ਪਾਏ ਕਿਚਨ ਦੇ ਵਿੱਚ ਐਂਟਰ ਹੋ ਜਾਂਦੇ ਆ, ਟੀਵੀ ਪਹਿਲਾਂ ਔਨ ਕਰ ਲੈਂਦੇ ਆ, ਔਰ ਫਿਰ ਉਹ ਜਿਹੜਾ ਭੋਜਨ ਬਣ ਰਿਹਾ ਉਹਦੇ ਉੱਤੇ ਉਹ ਸਾਰੇ ਵਾਤਾਵਰਣ ਦਾ ਅਸਰ ਪੈਂਦਾ। ਮੈਂ ਨਹੀਂ ਕਹਿੰਦਾ ਤੁਹਾਡੇ ਵਿੱਚ ਕੋਈ ਡਾਕਟਰ ਸੱਜਣ ਬੈਠਾ ਹੋਵੇ ਤੇ ਉਹ ਇਹਨੂੰ ਹੋਰ ਬਾਖੂਬੀ ਐਕਸਪਲੇਨ ਕਰ ਦੇਣਗੇ ਵੀ ਛੋਟਾ ਬੱਚਾ ਕੁੱਛੜ ਉਹ ਮਾਂ ਦਾ ਦੁੱਧ ਪੀਂਦਾ ਹੈ, ਕਿਸੇ ਕਾਰਨ ਕਰਕੇ ਮਾਂ ਨੂੰ ਕ੍ਰੋਧ ਆ ਗਿਆ, ਗੁੱਸਾ ਆ ਗਿਆ, ਬੀਪੀ ਹਾਈ ਹੋ ਗਿਆ, ਬਹੁਤ ਜ਼ਿਆਦਾ ਉਹ ਕਲਪ ਗਈ ਹੈ, ਔਰ ਉਸੇ ਪੀਰੀਅਡ ਵਿੱਚ ਬੱਚਾ ਰੋਂਦਾ, ਔਰ ਉਹਨੂੰ ਚੁੱਕ ਕੇ ਉਹਨੇ ਦੁੱਧ ਪਿਆ ਦਿੱਤਾ ਹੈ, ਮਿਹਦਾ ਉਹਨੂੰ ਹਜ਼ਮ ਨਹੀਂ ਕਰ ਸਕਦਾ, 2 4 5 10 ਮਿੰਟ ਬਾਅਦ ਬੱਚਾ ਕਹਿ ਕਰ ਦਿੰਦਾ ਹੈ। ਮੈਡੀਕਲ ਸਾਇੰਸ ਕਹਿੰਦੀ ਹੈ ਬਈ ਉਹ ਪੋਇਜ਼ਨ ਬਣ ਗਿਆ, ਜ਼ਹਿਰ ਬਣ ਗਿਆ। ਤੋ ਲਿਹਾਜ਼ਾ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦਿਆਂ ਗੱਲਾਂ ਨਹੀਂ ਕਰਨੀਆਂ, ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਗੁਰਮੰਤਰ ਦਾ ਪਾਠ ਕਰਨਾ ਹੈ, ਮੂਲ ਮੰਤਰ ਦਾ ਪਾਠ ਕਰਨਾ ਹੈ, ਆਖਰ ਉਹਦੇ ਕੁਝ ਅਰਥ ਸਨ ਤੇ ਅਰਥ ਹਨ। ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ, ਪ੍ਰਾਤः ਉੱਠ ਕਰ ਮੱਜਨ ਕਰਿਓ, ਗੁਰਬਾਣੀ ਕੋ ਮੁਖ ਤੇ ਰਰਿਓ। ਚੁਗਲੀਆਂ ਨਹੀਂ ਰਿੜਕਣੀਆਂ, ਗੱਲਾਂ ਨਹੀਂ ਰਿੜਕਣੀਆਂ, ਬਹਿੰਦਿਆਂ ਉੱਠਦਿਆਂ ਗੁਰਬਾਣੀ ਗਾਇਨ ਕਰਨੀ। ਨਹੀਂ ਗੁਰਬਾਣੀ ਚੇਤਾ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਹੀ ਕਰੀ ਜਾਓ, ਮੂਲ ਮੰਤਰ ਦਾ ਜਾਪ ਕਰੀ ਜਾ। ਪੁਨः ਆਵੈ ਵਿਵਹਾਰ ਜੋ ਹੋਈ, ਉਸ ਤੋਂ ਬਾਅਦ ਜਿਹੜੇ ਹੋਰ ਘਰ ਦੇ ਕੰਮਕਾਰ ਨੇ, ਭਲੇ ਸੰਭਾਰੋ ਨੀਕੇ ਸੋਈ। ਵੇਖੀ ਭਤੀਏ, ਕਿਤੇ ਇਹ ਮਾਨ ਲੈ ਕੇ ਨਾ ਜਾਈ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਹਾਂ, ਮੈਨੂੰ ਕੋਈ ਕੀ ਕਹਿ ਸਕਦਾ ਹੈ। ਮੋਹ ਟਿਗ ਉਪਾਲੰਬ ਨਾ ਆਵੇ, ਐਸੀ ਭਾਂਤ ਸਰਬ ਸੁਖ ਪਾਵੇ, ਮੇਰੇ ਕੋਲ ਤੇਰਾ ਉਲਾਂਭਾ ਨਹੀਂ ਆਉਣਾ ਚਾਹੀਦਾ। ਇੰਨ ਨਿਰੰਕਾਰ ਕਿਰਪਾ ਕਰੇਗਾ, ਤੇਰਾ ਲੋਕ ਪਰਲੋਕ ਸੁਹੇਲਾ ਹੋ ਜਾਏਗਾ। ਜਿਸ ਤਰ੍ਹਾਂ ਅਸੀਂ ਧੀ ਨੂੰ, ਬੱਚੀ ਨੂੰ ਪੇਕੇ ਘਰ ਵਿੱਚ ਸਹੁਰੇ ਘਰ ਜਾਣ ਲਈ ਪ੍ਰਪੇਅਰ ਕਰਨੇ ਆ, ਤਿਆਰ ਕਰਨੇ ਆ, ਗੁਣਾਂ ਨਾਲ ਲੈਸ ਕਰਨੇ ਆ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਗੁਰੂ ਕਿਰਪਾ ਕਰਦਾ ਹੈ ਤੇ ਜੀਵ ਇਸਤਰੀ ਨੂੰ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਪਰਲੋਕ ਰੂਪੀ ਸਹੁਰੇ ਘਰ ਵਾਸਤੇ ਗੁਰਦੁਆਰੇ ਦੇ ਵਿੱਚ ਪ੍ਰਪੇਅਰ ਕੀਤਾ ਜਾਂਦਾ ਵੀ ਉੱਥੇ ਮਾਨ ਕਿੰਨਾ ਨੂੰ ਮਿਲਦਾ ਹੈ, ਉੱਥੇ ਟਿਕਾਣਾ ਕਿੰਨਾ ਨੂੰ ਮਿਲਦਾ ਹੈ। ਪਰ ਜਿਹੜੀ ਇਸਤਰੀ, ਜਿਹੜੀ ਬੱਚੀ ਪੇਕੇ ਘਰ ਵਿੱਚ ਇਆਣੀ ਬਣੀ ਰਵੇ, ਸਿਆਣੀ ਨਾ ਬਣੇ, ਉਹ ਅੱਬਲ ਤੇ ਉਹਦੀ ਸ਼ਾਦੀ, ਉਹਦੀ ਮੈਰਿਜ ਹੀ ਨਹੀਂ ਹੁੰਦੀ, ਤੇ ਖਿਮਾ ਕਰਨਾ ਜੇ ਹੋ ਜਾਏ ਤੇ ਫਿਰ ਬਹੁਤ ਚਿਰ ਨਿਭਦੀ ਨਹੀਂ, ਫਿਰ ਇੱਕੋ ਹੀ ਪੱਜ ਹੁੰਦਾ ਹੈ, ਔਰ ਉਹ ਹੁੰਦਾ ਡੌਰੀ। ਭਾਵੇਂ ਉਹਨਾਂ ਨੇ ਡੌਰੀ ਦੀ ਮੰਗ ਨਾ ਵੀ ਕੀਤੀ ਜਾਏ, ਫਿਰ ਉਹਨਾਂ ਨੂੰ ਟੰਗ ਦਿੱਤਾ ਜਾਂਦਾ ਹੈ ਜੀ, ਇਹ ਤੇ ਬੜਾ ਤੰਗ ਪਰੇਸ਼ਾਨ ਕਰਦੇ ਸਨ ਜੀ, ਇਹ ਤੇ ਦਾਜ ਮੰਗਦੇ ਸਨ। ਬਹੁਤ ਕੇਸ ਦਾਜ ਮੰਗਣ ਵਾਲੇ ਹੈਗੇ ਨੇ, ਪਰ ਜਿੰਨੇ ਹੈਗੇ ਨੇ ਉਦੋਂ ਕਿਤੇ ਜ਼ਿਆਦਾ ਫਰਜ਼ੀ ਕੇਸ ਜਿਹੜੇ ਨੇ, ਉਹ ਕਿਸੇ ਹੋਰ ਵਜ੍ਹਾ ਕਰਕੇ ਅਣਬਣ ਹੁੰਦੀ ਹੈ ਤੇ ਕੇਸ ਡੌਰੀ ਦਾ ਬਣਾ ਦਿੱਤਾ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ। ਤੋਂ ਮੈਂ ਅਰਜ਼ ਕਰ ਰਿਹਾ, ਗੁਰਮਤ ਨੇ ਸਾਨੂੰ ਸੰਸਾਰ ਦੀ ਉਦਾਹਰਨ ਦੇ ਕੇ ਇਹ ਬਖਸ਼ਿਸ਼ ਕੀਤੀ, ਉਪਦੇਸ਼ ਦਿੱਤਾ ਵੀ ਜਿਵੇਂ ਪੇਕੇ ਘਰ ਵਿੱਚ ਬੱਚੀ ਨੂੰ ਗੁਣ ਸਿਖਾਏ ਜਾਂਦੇ ਨੇ ਤਾਂ ਕਿ ਸਹੁਰੇ ਘਰ ਵਿੱਚ ਪ੍ਰਵਾਨ ਚੜੇ, ਇਸ ਤਰ੍ਹਾਂ ਜਿਹੜੀ ਜੀਵ ਇਸਤਰੀ ਸੰਸਾਰ ਰੂਪੀ ਪੇਕੇ ਘਰ ਵਿੱਚ ਇਆਣੀ ਬਣੀ ਰਹੇਗੀ, ਉਹਨੂੰ ਨਿਰੰਕਾਰ ਦੇ ਦਰਸ਼ਨ ਨਹੀਂ ਹੋਣਗੇ। ਕਿਉਂਕਿ ਮੁੰਦ ਇਆਣੀ ਪਈੜੈ, ਕਿਉਂ ਕਰ ਹਰ ਦਰਸ਼ਨ ਪਿਖੈ। ਉਹ ਜੀਵ ਇਸਤਰੀ ਜਿਹੜੀ ਲਾਪਰਵਾਹ, ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਬਿਲਕੁਲ ਸੌਖੀ ਬੋਲੀ ਚ ਕਹਿ ਲਓ ਵੀ ਇਹ ਜੱਗ ਮਿੱਠਾ, ਅੱਗਾ ਕਿਨ ਡਿੱਠਾ। ਜਿਹੜੇ ਇੰਜ ਸੋਚਦੇ ਨੇ ਉਹਨਾਂ ਦਾ ਪ੍ਰਲੋਕ ਦੁਹੇਲਾ ਹੁੰਦਾ ਹੈ, ਸੁਹੇਲਾ ਨਹੀਂ ਹੁੰਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਵੀ ਜਿਹੜੀ ਬੱਚੀ ਪੇਕੇ ਘਰ ਵਿੱਚ ਲਾਪਰਵਾਹੀ ਵਰਤੇ, ਉਹਦੀ ਸਹੁਰੇ ਚ ਕਦਰ ਨਹੀਂ ਹੁੰਦੀ, ਜਿਹੜੀ ਪ੍ਰਪੇਅਰ ਹੋ ਕੇ ਨਹੀਂ ਜਾਂਦੀ। ਇਸੇ ਤਰ੍ਹਾਂ ਲੋਕ ਵਿੱਚ ਜਿਹੜਾ ਲਾਪਰਵਾਹੀ ਕਰਦਾ ਹੈ, ਇਹ ਨਹੀਂ ਸਮਝਦਾ ਵੀ ਆਖਰ ਇੱਥੋਂ ਇੱਕ ਦਿਨ ਮੈਂ ਜਾਣਾ ਹੈ, ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕਰਦਾ, ਬਾਣੀ ਨਹੀਂ ਪੜਦਾ, ਸਿਮਰਨ ਨਹੀਂ ਕਰਦਾ, ਉਹਨੂੰ ਵੀ ਪ੍ਰਲੋਕ ਵਿੱਚ ਹਰੀ ਦੇ ਦਰਸ਼ਨ ਨਹੀਂ ਹੁੰਦੇ। ਭਾਵ ਉਹ ਜੂਨਾਂ ਚ ਭਟਕਦਾ, ਨਿਰੰਕਾਰ ਦੀ ਹਜ਼ੂਰੀ ਚ ਜਗ੍ਹਾ ਪ੍ਰਾਪਤ ਨਹੀਂ ਹੁੰਦੀ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹਰੜੇ ਕਮ ਸਿਖੈ। ਜੇ ਕਿਤੇ ਗੁਰੂ ਕਿਰਪਾ ਕਰੇ, ਹਰੀ ਕਿਰਪਾ ਕਰੇ, ਤੇ ਫਿਰ ਤਰਸ ਕਰਕੇ ਜੀਵ ਇਸਤਰੀ ਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਬਖਸ਼ਿਸ਼ ਨਾਲ ਸਤਿਗੁਰੂ ਦਾ ਮਿਲਾਪ ਕਰਾ ਦਿੰਦਾ। ਫਿਰ ਸਤਿਗੁਰੂ ਦੇ ਮਿਲਾਪ ਤੋਂ ਬਾਅਦ ਕੀ ਹੁੰਦਾ ਗੁਰੂ ਸਵਾਰਿਓ? ਉਹ ਜੀਵ ਇਸਤਰੀ ਜਿਹੜੀ ਸਤਿਗੁਰੂ ਦੇ ਸਨਮੁਖ ਹੁੰਦੀ ਹੈ, ਹਰ ਹਰ ਆਪਣੀ ਕਿਰਪਾ ਕਰੇ,
ਗੁਰਮੁਖ ਸਾਹੁਰੜੇ ਕੰਮ ਸਿੱਖੈ। ਇਹਦੇ ਅਰਥ ਇਹ ਨਹੀਂ ਵੀ ਗੁਰੂ ਦੇ ਸਨਮੁਖ ਹੋ ਕੇ ਸਹੁਰੇ ਘਰ ਜਾ ਕੇ ਕੰਮ ਸਿੱਖਦੀ, ਨਹੀਂ, ਉਹ ਗੁਰੂ ਦੇ ਸਨਮੁਖ ਹੋ ਕੇ ਉਹ ਕੰਮ ਸਿੱਖਦੀ ਹੈ ਜਿਨ੍ਹਾਂ ਕੰਮਾਂ ਦੀ ਬਦੌਲਤ ਇਹਨੂੰ ਸਹੁਰੇ ਘਰ ਦੇ ਵਿੱਚ ਇੱਜ਼ਤ ਮਿਲ ਸਕਦੀ। ਜਿਸ ਤਰ੍ਹਾਂ ਪੇਕੇ ਘਰ ਵਿੱਚ ਅਸੀਂ ਬੱਚੀ ਨੂੰ ਪ੍ਰਪੇਅਰ ਕਰ ਦਿੰਦੇ ਆ ਤੇ ਉਹ ਸਹੁਰੇ ਘਰ ਇੱਜ਼ਤ ਪਾਉਂਦੀ ਹੈ, ਇਸ ਤਰ੍ਹਾਂ ਜਦੋਂ ਗੁਰੂ ਸਾਨੂੰ ਜਾਂਚ ਦੱਸਦਾ, ਤਾਂ ਹੀ ਤੇ ਮਹਾਰਾਜ ਕਹਿੰਦੇ ਗੁਰ ਮਿਲ ਚੱਜ ਆਚਾਰ ਸਿੱਖ। ਗੁਰੂ ਨੂੰ ਮਿਲ ਕੇ ਉਹ ਚੱਜ ਆਚਾਰ ਸਿੱਖ। ਇਹਨੂੰ ਥੋੜਾ ਜਿਹਾ ਹੋਰ ਮੈਂ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਤੁਹਾਡੇ ਤੋਂ ਆਗਿਆ ਲੈ ਕੇ ਐਕਸਪਲੇਨ ਕਰਦੇ ਆ। ਭਾਈ ਸਾਹਿਬ ਕਹਿੰਦੇ ਨੇ ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਲ ਜਾਏ ਗੁਣਨ ਕੈ ਮਾਨੀਐ। ਘਰ ਦੇ ਵਿੱਚ ਨਾ ਧੀਆਂ ਦਾ ਲਾਡ ਹੁੰਦਾ ਹੈ, ਬਹੁਤ ਲਾਡ ਹੁੰਦਾ ਹੈ, ਕਰਨਾ ਵੀ ਚਾਹੀਦਾ। 10,000 ਦਾ ਸੂਟ ਹੋਵੇ ਨਾ, 10,000 ਦਾ ਸੂਟ, ਮਾਂ ਧੀ ਨੂੰ ਕਵੇ ਵੀ ਪੁੱਤਰ ਪ੍ਰੈਸ ਕਰ ਦੇ, ਤੇ ਪ੍ਰੈਸ ਕਰਦਿਆਂ ਲਾਪਰਵਾਹੀ ਨਾਲ ਸੜ ਜਾਏ ਤੇ ਮਾਂ ਹੋ ਜਾਏ ਅੱਗ ਬਬੂਲੀ, ਤੇ ਪੁੱਤਰ ਆ ਕੇ ਕਹਿੰਦਾ ਖਬਰਦਾਰ ਤੈਨੂੰ ਇਸ ਤਰ੍ਹਾਂ ਦੇ 50 ਸੂਟ ਲਿਆ ਦਾਂ, ਮੇਰੀ ਧੀ ਨੂੰ ਨਾ ਝਿੜਕੀ। ਇੱਕ ਝਿੜਕਦਾ ਹੈ ਤੇ ਦੂਜਾ ਵਰਾ ਲੈਂਦਾ। ਪਰ ਯਾਦ ਰੱਖੋ ਸਹੁਰੇ ਘਰ ਵਿੱਚ ਇਸ ਤਰ੍ਹਾਂ ਹੋ ਜਾਏ ਤੇ ਕਹਿੰਦੇ ਨੇ ਤੇਰੀ ਨਲਾਇਕ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂਗਾ। ਇਹ ਕੇਵਲ ਗੱਲ ਸਮਝਣ ਲਈ ਇੱਕ ਉਦਾਹਰਨ। ਭਾਈ ਸਾਹਿਬ ਕਹਿੰਦੇ ਨਹਿਰ, ਇੱਕ ਤੇ ਨਹਿਰ ਅੱਜ ਇਹਨੂੰ ਰੀਵਰ ਕਹਿੰਦੇ ਹੋ, ਇੱਕ ਨੰਨੇ ਨੂੰ ਦਲਾਵਾਂ ਲੱਗ ਜਾਣ ਨਾ, ਹਾਹਾ ਤੇ ਰਾਰਾ। ਤੁਸੀਂ ਦਿੱਲੀ ਤੋਂ ਥੋੜੇ ਜਿਹੇ ਪਰਾਂ ਟੁਰ ਜੋ, ਗਾਜ਼ੀਆਬਾਦ ਹੈ, ਬੁਲੰਦ ਸ਼ਹਿਰ ਹੈ, ਬਿੰਦਰਾਬਨ ਹੈ, ਮਥੁਰਾ ਹੈ, ਉੱਥੇ ਕੋਈ ਲੜਕੀ ਵਿਆਹੀ ਹੋਈ ਕੁੜੀ ਕਿਸੇ ਅੱਡੇ ਤੇ ਬੈਠੀ ਹੋਵੇ ਤੇ ਜਾ ਰਹੀ ਹੋਵੇ ਪੇਕੇ, ਤੇ ਕੋਈ ਉਹਨੂੰ ਪੁੱਛੇ ਵੀ ਕਿੱਥੇ ਚੱਲੀ ਹੈ, ਤਾਂ ਪਤਾ ਕੀ ਕਹੇਗੀ? ਨਹਿਰ ਜਾਊਂਗੀ। ਨਹਿਰ ਮੈਨੇ ਪੇਕਾ ਕਰ। ਆ ਨਹਿਰ ਨਹੀਂ ਜਿਹੜੀ ਰੀਵਰ ਹੈ, ਨਹਿਰ। ਨੰਨੇ ਨੂੰ ਦਲਾਵਾਂ ਹਾਹਾ ਰਾਰਾ, ਪੇਕੇ ਕਰ ਜਾ ਰਹੀ। ਭਾਈ ਸਾਹਿਬ ਕਹਿੰਦੇ ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ। ਪੇਕੇ ਘਰ ਵਿੱਚ ਕੁਆਰੀ ਕੰਨਿਆਂ ਦਾ ਲਾਡ ਵੇਖਿਆ ਜਾਂਦਾ ਹੈ, ਕਰਨਾ ਵੀ ਚਾਹੀਦਾ। ਪਰ ਭਾਈ ਸਾਹਿਬ ਕਹਿੰਦੇ ਵਿਆਹੇ ਸਸੁਰਾਲ ਜਾਏ ਗੁਣਨ ਕੈ ਮਾਨੀਏ। ਜਦੋਂ ਵਿਆਹ ਹੋ ਗਿਆ, ਸਸੁਰਾਲ ਗਈ, ਸਹੁਰੇ ਘਰ ਗਈ, ਉੱਥੇ ਉਹਦੀ ਕਦਰ ਗੁਣਾ ਕਰਕੇ ਆਉਣੀ ਹੈ। ਅਗਲੀ ਉਦਾਹਰਨ, ਬਨਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਮਨੁੱਖ ਵਪਾਰ ਕਰਨ, ਕਾਰੋਬਾਰ ਦੇ ਸਿਲਸਿਲੇ ਵਿੱਚ, ਵਪਾਰ ਦੇ ਸਿਲਸਿਲੇ ਵਿੱਚ ਪ੍ਰਦੇਸ਼ ਵਿੱਚ ਜਾਏ, ਉਥੋਂ ਉਹ ਕੁਝ ਕਮਾਈ ਕਰਕੇ ਆਵੇ। ਜੋ ਮੂਲ ਲੈ ਕੇ ਗਿਆ ਹੈ ਨਾ, ਉਸ ਮੂਲ ਦੇ ਨਾਲ ਕੁਝ ਹੋਰ ਕਮਾ ਕੇ ਲਿਆਵੇ, ਤੇ ਲੋਕ ਉਹਨੂੰ ਲਾਇਕ ਕਹਿੰਦੇ ਨੇ। ਪਰ ਜਿਹੜਾ ਨਾਲਾਇਕ, ਕਮਾਣਾ ਤੇ ਦੂਰ, ਜਿਹੜੀ ਪੂੰਜੀ ਲੈ ਕੇ ਗਿਆ ਸੀ ਉਹ ਪੂੰਜੀ ਵੀ ਗਵਾਵੇ, ਤੇ ਲੋਕ ਉਹਨੂੰ ਖਿਮਾ ਕਰਨਾ ਨਾਲਾਇਕ ਕਹਿੰਦੇ ਨੇ। ਨਾਲਾਇਕ। ਬਨਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈ ਹੈ ਸਪੂਤ ਲਾਭ ਲਬਦ ਕੈ ਆਨੀ ਹੈ। ਤੀਜੀ ਉਦਾਹਰਨ, ਜੈਸੇ ਤੋਂ ਪਰਦਲ ਮੈਂ ਅਕੇਲੋ ਜਾਏ ਜੀਤ ਆਵੇ। ਸਾਹਮਣੇ ਵੈਰੀ ਦਾ ਦਲ ਹੈ, ਲੱਖਾਂ ਦਾ ਲਸ਼ਕਰ ਹੈ, ਕੱਲਾ ਘੋੜੇ ਨੂੰ ਅੱਡੀ ਲਾ ਕੇ ਉਹਦੇ ਚ ਵੜ ਜਾਏ ਔਰ ਆਊ ਲਾ ਕੇ ਫਤਿਹ ਦੇ ਦਿਗ ਵਿਜੇ ਦੇ ਧੌਂਸੇ ਵਜਾਉਂਦਾ ਹੋਇਆ ਵਾਪਸ ਪਰਤੇ, ਤੇ ਲੋਕ ਕਹਿੰਦੇ ਨੇ ਵਾਹ ਬਈ ਵਾਹ, ਕਮਾਲ ਕਰ ਦਿੱਤੀ ਹੈ, ਕੱਲੇ ਨੇ ਸਭ ਨੂੰ ਪਛਾੜ ਦਿੱਤਾ। ਉਹਨੂੰ ਸੂਰਮਾ ਕਹਿੰਦੇ ਨੇ ਲੋਕ। ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਫਿਰ ਗੱਲ ਕੀ ਕਰਦੇ ਨੇ? ਕਹਿੰਦੇ ਨੇ ਮਾਨਸ ਜਨਮ ਪਾਏ, ਮਾਨਸ ਜਨਮ ਪਾਏ, ਚਰਨ ਸ਼ਰਨ ਗੁਰ, ਗੁਰੂ ਦੀ ਚਰਨ ਸ਼ਰਨ ਵਿੱਚ ਆਵੇ, ਸਾਧ ਸੰਗਤ ਮਿਲ, ਰੋਜ਼ ਸੰਗਤ ਵਿੱਚ ਮਿਲੇ, ਗੁਰਦੁਆਰ ਪਹਿਚਾਨੀਏ। ਉਹਨੂੰ ਫਿਰ ਗੁਰੂ ਦੇ ਦਰਵਾਜ਼ੇ ਦੀ ਪਹਿਚਾਨ ਹੁੰਦੀ ਹੈ। ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰਨਾ ਹੋਵੇ ਤੇ ਪਹਿਲਾਂ ਉਹਦਾ ਦਰਵਾਜ਼ਾ ਲੱਭਣਾ ਪੈਂਦਾ ਹੈ। ਕਿਸੇ ਕੰਧ ਵੱਲੋਂ ਆਉਣਾ ਚਾਹੀਏ ਤੇ ਉਹਦੇ ਵੱਲੋਂ ਅਸੀਂ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ। ਇਸ ਲਈ ਦਰ ਦੀ ਬੜੀ ਅਹਿਮੀਅਤ ਹੈ। ਉਸ ਦਰ ਨੂੰ ਲੱਭ ਕੇ ਨਿਰੰਕਾਰ ਦੇ ਕੋਲ ਜਾਣਾ ਹੋਵੇ ਤੇ ਦਰਵਾਜ਼ਾ ਗੁਰਦੁਆਰਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਤੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਮੈਨੂੰ ਗੁਰਮਤ ਸਮਝ ਆਈਏ, ਜਿਸ ਬੀਬੀ ਦੇ ਘਰ ਵਿੱਚ ਕਲੇਸ਼ ਹੈ, ਉਹਦੇ ਘਰ ਦੇ ਮੈਂਬਰ ਉਹਦੇ ਤੋਂ ਖੁਸ਼ ਨਹੀਂ, ਜੋ ਉਹਦਾ ਰੋਲ ਹੈ ਉਹ ਬਾਖੂਬੀ ਨਹੀਂ ਕਰ ਰਹੀ, ਤੇ ਮੈਨੂੰ ਖਿਮਾ ਕਰਨਾ, ਗੁਰੂ ਨੂੰ ਖੁਸ਼ ਕਰਨਾ ਥੋੜਾ ਔਖਾ ਹੋ ਜਾਏਗਾ। ਕਿਉਂਕਿ ਜਿਨ੍ਹਾਂ ਨੂੰ ਘਰ ਤੂੰ ਨਾਰਾਜ਼ ਕਰਕੇ ਆਈਏ ਉਹਨਾਂ ਵਿੱਚ ਵੀ ਉਹ ਬੈਠਾ ਹੈ। ਹਾਂ, ਪਤੀ ਦਾ ਵੀ ਆਪਣਾ ਜ਼ਿੰਮੇਵਾਰੀਆਂ ਨੇ, ਉਹਨੂੰ ਵੀ ਬਾਖੂਬੀ ਨਿਭਾਣੀਆਂ ਚਾਹੀਦੀਆਂ। ਫਿਰ ਮਾਤ ਨਮੋਦਰੀ ਦੀ ਵਾਰੀ ਆਈ, ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ, ਪ੍ਰਾਤੈ ਉੱਠ ਕਰ ਮੱਜਨ ਕਰਿਓ, ਗੁਰਬਾਣੀ ਕੋ ਮੁਖ ਤੇ ਰਰਿਓ, ਪੁਨਾ ਅਵਰ ਵਿਵਹਾਰ ਜੋ ਹੋਈ, ਭਲੇ ਸੰਭਾਰੋ ਨੀਕੇ ਸੋਈ। ਐ ਮੇਰੀਏ ਬੱਚੀਏ, ਮੇਰੇ ਪ੍ਰਾਣਾ ਤੋਂ ਵੀ ਪਿਆਰੀਏ, ਸੂਰਜ ਚੜਨ ਤੋਂ ਬਾਅਦ ਨਹੀਂ ਉੱਠਣਾ ਪੁੱਤਰ, ਸੂਰਜ ਦੀ ਟਿੱਕੀ ਨਿਕਲ ਤੋਂ ਪਹਿਲਾਂ ਪਹਿਲਾਂ ਭਾਵ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਜਿਹੜੀ ਬੀਬੀ ਅੰਮ੍ਰਿਤ ਵੇਲੇ ਉੱਠ ਪਵੇ, ਉਹਦੇ ਘਰ ਦਾ ਸਾਰਾ ਕੰਮ ਉਹਦੇ ਅੱਗੇ ਲੱਗ ਤੁਰਦਾ, ਔਰ ਜਿਹੜੀ ਘੰਟਾ ਲੇਟ ਹੋ ਜਾਏ ਉਹ ਫਿਰ ਦੂਜਿਆਂ ਨਾਲੋਂ ਸਾਰਾ ਦਿਨ ਘੰਟਾ 2 ਘੰਟੇ
ਡਿਲੇ ਹੀ ਕੰਮ ਰਹਿੰਦਾ ਹੈ। ਇਸ ਲਈ ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਮੈਂ ਤੈਨੂੰ ਉਹ ਨੁਕਤੇ ਦੇ ਰਹੀ ਹਾਂ, ਜੇ ਤੂੰ ਫੋਲੋ ਕਰ ਲੈ ਤੇਰੀ ਸਾਰੀ ਉਮਰ ਸੁਖੀ ਹੋ ਜਾਏਗੀ। ਜਿਸ ਤੇ ਬੈਸ ਬਿਤੈ ਸੁਖਕਾਰੀ। ਮਾਂ ਦੱਸ, ਡੋਲੀ 'ਚ ਬੈਠੀ ਬੀਬੀ ਵੀਰੋ ਮਾਤ ਮੋਦਰੀ ਨੂੰ ਕਹਿੰਦੀ, ਕਹਿਣ ਲੱਗੀ ਸਭ ਤੋਂ ਪਹਿਲਾਂ ਪ੍ਰਾਤः ਉੱਠ ਕਰ ਮੱਜਨ ਕਰੀਓ। ਹੁਣ ਅਸੀਂ ਬਿਨਾਂ ਇਸ਼ਨਾਨ ਪਾਨ ਕੀਤੇ, ਬਿਨਾਂ ਸਵੱਛ ਬਸਤਰ ਪਾਏ ਕਿਚਨ ਦੇ ਵਿੱਚ ਐਂਟਰ ਹੋ ਜਾਂਦੇ ਆ, ਟੀਵੀ ਪਹਿਲਾਂ ਔਨ ਕਰ ਲੈਂਦੇ ਆ, ਔਰ ਫਿਰ ਉਹ ਜਿਹੜਾ ਭੋਜਨ ਬਣ ਰਿਹਾ ਉਹਦੇ ਉੱਤੇ ਉਹ ਸਾਰੇ ਵਾਤਾਵਰਣ ਦਾ ਅਸਰ ਪੈਂਦਾ। ਮੈਂ ਨਹੀਂ ਕਹਿੰਦਾ ਤੁਹਾਡੇ ਵਿੱਚ ਕੋਈ ਡਾਕਟਰ ਸੱਜਣ ਬੈਠਾ ਹੋਵੇ ਤੇ ਉਹ ਇਹਨੂੰ ਹੋਰ ਬਾਖੂਬੀ ਐਕਸਪਲੇਨ ਕਰ ਦੇਣਗੇ ਵੀ ਛੋਟਾ ਬੱਚਾ ਕੁੱਛੜ ਉਹ ਮਾਂ ਦਾ ਦੁੱਧ ਪੀਂਦਾ ਹੈ, ਕਿਸੇ ਕਾਰਨ ਕਰਕੇ ਮਾਂ ਨੂੰ ਕ੍ਰੋਧ ਆ ਗਿਆ, ਗੁੱਸਾ ਆ ਗਿਆ, ਬੀਪੀ ਹਾਈ ਹੋ ਗਿਆ, ਬਹੁਤ ਜ਼ਿਆਦਾ ਉਹ ਕਲਪ ਗਈ ਹੈ, ਔਰ ਉਸੇ ਪੀਰੀਅਡ ਵਿੱਚ ਬੱਚਾ ਰੋਂਦਾ, ਔਰ ਉਹਨੂੰ ਚੁੱਕ ਕੇ ਉਹਨੇ ਦੁੱਧ ਪਿਆ ਦਿੱਤਾ ਹੈ, ਮਿਹਦਾ ਉਹਨੂੰ ਹਜ਼ਮ ਨਹੀਂ ਕਰ ਸਕਦਾ, 2 4 5 10 ਮਿੰਟ ਬਾਅਦ ਬੱਚਾ ਕਹਿ ਕਰ ਦਿੰਦਾ ਹੈ। ਮੈਡੀਕਲ ਸਾਇੰਸ ਕਹਿੰਦੀ ਹੈ ਬਈ ਉਹ ਪੋਇਜ਼ਨ ਬਣ ਗਿਆ, ਜ਼ਹਿਰ ਬਣ ਗਿਆ। ਤੋ ਲਿਹਾਜ਼ਾ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਕੜਾ ਪ੍ਰਸ਼ਾਦ ਦੀ ਦੇਗ ਬਣਾਉਂਦਿਆਂ ਗੱਲਾਂ ਨਹੀਂ ਕਰਨੀਆਂ, ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਗੁਰਮੰਤਰ ਦਾ ਪਾਠ ਕਰਨਾ ਹੈ, ਮੂਲ ਮੰਤਰ ਦਾ ਪਾਠ ਕਰਨਾ ਹੈ, ਆਖਰ ਉਹਦੇ ਕੁਝ ਅਰਥ ਸਨ ਤੇ ਅਰਥ ਹਨ। ਸੁਨ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਬੈਸ ਬਿਤੈ ਸੁਖਕਾਰੀ, ਪ੍ਰਾਤः ਉੱਠ ਕਰ ਮੱਜਨ ਕਰਿਓ, ਗੁਰਬਾਣੀ ਕੋ ਮੁਖ ਤੇ ਰਰਿਓ। ਚੁਗਲੀਆਂ ਨਹੀਂ ਰਿੜਕਣੀਆਂ, ਗੱਲਾਂ ਨਹੀਂ ਰਿੜਕਣੀਆਂ, ਬਹਿੰਦਿਆਂ ਉੱਠਦਿਆਂ ਗੁਰਬਾਣੀ ਗਾਇਨ ਕਰਨੀ ਹੈ। ਨਹੀਂ ਗੁਰਬਾਣੀ ਚੇਤਾ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਹੀ ਕਰੀ ਜਾ, ਮੂਲ ਮੰਤਰ ਦਾ ਜਾਪ ਕਰੀ ਜਾ। ਪੁਨਾ ਆਵੈ ਵਿਵਹਾਰ ਜੋ ਹੋਈ, ਉਸ ਤੋਂ ਬਾਅਦ ਜਿਹੜੇ ਹੋਰ ਘਰ ਦੇ ਕੰਮਕਾਰ ਨੇ, ਭਲੇ ਸੰਭਾਰੋ ਨੀਕੇ ਸੋਈ। ਵੇਖੀ ਪੁੱਤੀਏ, ਕਿਤੇ ਇਹ ਮਾਨ ਲੈ ਕੇ ਨਾ ਜਾਈ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਆ, ਮੈਨੂੰ ਕੋਈ ਕੀ ਕਹਿ ਸਕਦਾ ਹੈ, ਮੋਹ ਟਿਗ ਉਪਾਲੰਬ ਨਾ ਆਵੇ, ਐਸੀ ਭਾਂਤ ਸਰਬ ਸੁਖ ਪਾਵੇ, ਮੇਰੇ ਕੋਲ ਤੇਰਾ ਉਲਾਂਭਾ ਨਹੀਂ ਆਉਣਾ ਚਾਹੀਦਾ। ਇੰਜ ਨਿਰੰਕਾਰ ਕਿਰਪਾ ਕਰੇਗਾ, ਤੇਰਾ ਲੋਕ ਪਰਲੋਕ ਸੁਹੇਲਾ ਹੋ ਜਾਏਗਾ। ਜਿਸ ਤਰ੍ਹਾਂ ਅਸੀਂ ਧੀ ਨੂੰ, ਬੱਚੀ ਨੂੰ ਪੇਕੇ ਘਰ ਵਿੱਚ ਸਹੁਰੇ ਘਰ ਜਾਣ ਲਈ ਪ੍ਰਪੇਅਰ ਕਰਨੇ ਆ, ਤਿਆਰ ਕਰਨੇ ਆ, ਗੁਣਾਂ ਨਾਲ ਲੈਸ ਕਰਨੇ ਆ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਗੁਰੂ ਕਿਰਪਾ ਕਰਦਾ ਹੈ ਤੇ ਜੀਵ ਇਸਤਰੀ ਨੂੰ ਇਸ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਪਰਲੋਕ ਰੂਪੀ ਸਹੁਰੇ ਘਰ ਵਾਸਤੇ ਗੁਰਦੁਆਰੇ ਦੇ ਵਿੱਚ ਪ੍ਰਪੇਅਰ ਕੀਤਾ ਜਾਂਦਾ ਵੀ ਉੱਥੇ ਮਾਨ ਕਿੰਨਾ ਨੂੰ ਮਿਲਦਾ ਹੈ, ਉੱਥੇ ਟਿਕਾਣਾ ਕਿੰਨਾ ਨੂੰ ਮਿਲਦਾ ਹੈ। ਪਰ ਜਿਹੜੀ ਇਸਤਰੀ, ਜਿਹੜੀ ਬੱਚੀ ਪੇਕੇ ਘਰ ਵਿੱਚ ਇਆਣੀ ਬਣੀ ਰਵੇ, ਸਿਆਣੀ ਨਾ ਬਣੇ, ਉਹ ਅੱਬਲ ਤੇ ਉਹਦੀ ਸ਼ਾਦੀ, ਉਹਦੀ ਮੈਰਿਜ ਹੀ ਨਹੀਂ ਹੁੰਦੀ, ਤੇ ਖਿਮਾ ਕਰਨਾ ਜੇ ਹੋ ਜਾਏ ਤੇ ਫਿਰ ਬਹੁਤ ਚਿਰ ਨਿਭਦੀ ਨਹੀਂ, ਫਿਰ ਇੱਕੋ ਹੀ ਪੱਜ ਹੁੰਦਾ ਹੈ, ਔਰ ਉਹ ਹੁੰਦਾ ਡੌਰੀ। ਭਾਵੇਂ ਉਹਨਾਂ ਨੇ ਡੌਰੀ ਦੀ ਮੰਗ ਨਾ ਵੀ ਕੀਤੀ ਜਾਏ, ਫਿਰ ਉਹਨਾਂ ਨੂੰ ਟੰਗ ਦਿੱਤਾ ਜਾਂਦਾ ਹੈ ਜੀ, ਇਹ ਤੇ ਬੜਾ ਤੰਗ ਪਰੇਸ਼ਾਨ ਕਰਦੇ ਸਨ ਜੀ, ਇਹ ਤੇ ਦਾਜ ਮੰਗਦੇ ਸਨ। ਬਹੁਤ ਕੇਸ ਦਾਜ ਮੰਗਣ ਵਾਲੇ ਹੈਗੇ ਨੇ, ਪਰ ਜਿੰਨੇ ਹੈਗੇ ਨੇ ਉਦੋਂ ਕਿਤੇ ਜ਼ਿਆਦਾ ਫਰਜ਼ੀ ਕੇਸ ਜਿਹੜੇ ਨੇ ਉਹ ਕਿਸੇ ਹੋਰ ਵਜ੍ਹਾ ਕਰਕੇ ਅਣਬਣ ਹੁੰਦੀ ਏ ਤੇ ਕੇਸ ਡੌਰੀ ਦਾ ਬਣਾ ਦਿੱਤਾ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ। ਤੋਂ ਮੈਂ ਅਰਜ਼ ਕਰ ਰਿਹਾ, ਗੁਰਮਤ ਨੇ ਸਾਨੂੰ ਸੰਸਾਰ ਦੀ ਉਦਾਹਰਨ ਦੇ ਕੇ ਇਹ ਬਖਸ਼ਿਸ਼ ਕੀਤੀ, ਉਪਦੇਸ਼ ਦਿੱਤਾ ਵੀ ਜਿਵੇਂ ਪੇਕੇ ਘਰ ਵਿੱਚ ਬੱਚੀ ਨੂੰ ਗੁਣ ਸਿਖਾਏ ਜਾਂਦੇ ਨੇ ਤਾਂ ਕਿ ਸਹੁਰੇ ਕਾਜ ਵਿੱਚ ਪ੍ਰਵਾਨ ਚੜੇ, ਇਸ ਤਰ੍ਹਾਂ ਜਿਹੜੀ ਜੀਵ ਇਸਤਰੀ ਸੰਸਾਰ ਰੂਪੀ ਪੇਕੇ ਘਰ ਵਿੱਚ ਇਆਣੀ ਬਣੀ ਰਹੇਗੀ, ਉਹਨੂੰ ਨਿਰੰਕਾਰ ਦੇ ਦਰਸ਼ਨ ਨਹੀਂ ਹੋਣਗੇ, ਕਿਉਂਕਿ ਮੁੰਦ ਇਆਣੀ ਪਈੜੇ ਕਿਉਂ ਕਰ ਹਰ ਦਰਸ਼ਨ ਪਿਖੈ। ਉਹ ਜੀਵ ਇਸਤਰੀ ਜਿਹੜੀ ਲਾਪਰਵਾਹ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਬਿਲਕੁਲ ਸੌਖੀ ਬੋਲੀ ਚ ਕਹਿ ਲੋ ਵੀ ਇਹ ਜੱਗ ਮਿੱਠਾ ਅੱਗਾ ਕਿਨ ਡਿੱਠਾ। ਜਿਹੜੇ ਇੰਜ ਸੋਚਦੇ ਨੇ ਉਹਨਾਂ ਦਾ ਪ੍ਰਲੋਕ ਦੁਹੇਲਾ ਹੁੰਦਾ ਹੈ, ਸੁਹੇਲਾ ਨਹੀਂ ਹੁੰਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਵੀ ਜਿਹੜੀ ਬੱਚੀ ਪੇਕੇ ਘਰ ਵਿੱਚ ਲਾਪਰਵਾਹੀ ਵਰਤੇ ਉਹਦੀ ਸਹੁਰੇ ਚ ਕਦਰ ਨਹੀਂ ਹੁੰਦੀ, ਜਿਹੜੀ ਪ੍ਰਪੇਅਰ ਹੋ ਕੇ ਨਹੀਂ ਜਾਂਦੀ। ਇਸੇ ਤਰ੍ਹਾਂ ਲੋਕ ਵਿੱਚ ਜਿਹੜਾ ਲਾਪਰਵਾਹੀ ਕਰਦਾ ਹੈ, ਇਹ ਨਹੀਂ ਸਮਝਦਾ ਵੀ ਆਖਰ ਇੱਥੋਂ ਇੱਕ ਦਿਨ ਮੈਂ ਜਾਣਾ ਹੈ, ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕਰਦਾ, ਬਾਣੀ ਨਹੀਂ ਪੜਦਾ, ਸਿਮਰਨ ਨਹੀਂ ਕਰਦਾ, ਉਹਨੂੰ ਵੀ ਪ੍ਰਲੋਕ ਵਿੱਚ ਹਰੀ ਦੇ ਦਰਸ਼ਨ ਨਹੀਂ ਹੁੰਦੇ, ਭਾਵ ਉਹ ਜੂਨਾ ਚ ਭਟਕਦਾ, ਨਿਰੰਕਾਰ ਦੀ ਹਜ਼ੂਰੀ ਚ ਜਗ੍ਹਾ ਪ੍ਰਾਪਤ ਨਹੀਂ ਹੁੰਦੀ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹਰੜੇ ਕੰਮ ਸਿੱਖੈ। ਜੇ ਕਿਤੇ ਗੁਰੂ ਕਿਰਪਾ ਕਰੇ, ਹਰੀ ਕਿਰਪਾ ਕਰੇ, ਤੇ ਫਿਰ ਤਰਸ ਕਰਕੇ ਜੀਵ ਇਸਤਰੀ ਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਬਖਸ਼ਿਸ਼ ਨਾਲ ਸਤਿਗੁਰੂ ਦਾ ਮਿਲਾਪ ਕਰਾ ਦਿੰਦਾ। ਫਿਰ ਸਤਿਗੁਰੂ ਦੇ ਮਿਲਾਪ ਤੋਂ ਬਾਅਦ ਕੀ ਹੁੰਦਾ ਗੁਰੂ ਸਵਾਰਿਓ? ਉਹ ਜੀਵ ਇਸਤਰੀ ਜਿਹੜੀ ਸਤਿਗੁਰੂ ਦੇ ਸਨਮੁਖ ਹੁੰਦੀ ਹੈ,
ਹਰ ਹਰ ਆਪਣੀ ਕਿਰਪਾ ਕਰੇ ਕਰੇ, ਗੁਰਮੁਖ ਸਾਹੁਰੜੇ ਕੰਮ ਸਿੱਖੇ। ਇਹਦੇ ਅਰਥ ਇਹ ਨਹੀਂ ਵੀ ਗੁਰੂ ਦੇ ਸਨਮੁਖ ਹੋ ਕੇ ਸਹੁਰੇ ਘਰ ਜਾ ਕੇ ਕੰਮ ਸਿੱਖਦੀ, ਨਹੀਂ, ਉਹ ਗੁਰੂ ਦੇ ਸਨਮੁਖ ਹੋ ਕੇ ਉਹ ਕੰਮ ਸਿੱਖਦੀ ਹੈ ਜਿਨ੍ਹਾਂ ਕੰਮਾਂ ਦੀ ਬਦੌਲਤ ਇਹਨੂੰ ਸਹੁਰੇ ਘਰ ਦੇ ਵਿੱਚ ਇੱਜ਼ਤ ਮਿਲ ਸਕਦੀ। ਜਿਸ ਤਰ੍ਹਾਂ ਪੇਕੇ ਘਰ ਵਿੱਚ ਅਸੀਂ ਬੱਚੀ ਨੂੰ ਪ੍ਰਪੇਅਰ ਕਰ ਦਿੰਦੇ ਆ ਤੇ ਉਹ ਸਹੁਰੇ ਘਰ ਇੱਜ਼ਤ ਪਾਉਂਦੀ ਹੈ, ਇਸ ਤਰ੍ਹਾਂ ਜਦੋਂ ਗੁਰੂ ਸਾਨੂੰ ਜਾਚ ਦੱਸਦਾ, ਤਾਂ ਹੀ ਤੇ ਮਹਾਰਾਜ ਕਹਿੰਦੇ ਗੁਰ ਮਿਲ ਚੱਜ ਆਚਾਰ ਸਿੱਖ। ਗੁਰੂ ਨੂੰ ਮਿਲ ਕੇ ਉਹ ਚੱਜ ਆਚਾਰ ਸਿੱਖ। ਇਹਨੂੰ ਥੋੜਾ ਜਿਹਾ ਹੋਰ ਮੈਂ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਤੁਹਾਡੇ ਤੋਂ ਆਗਿਆ ਲੈ ਕੇ ਐਕਸਪਲੇਨ ਕਰਦੇ ਆ। ਭਾਈ ਸਾਹਿਬ ਕਹਿੰਦੇ ਨੇ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਲ ਜਾਏ ਗੁਣਨ ਕੈ ਮਾਨੀਐ। ਘਰ ਦੇ ਵਿੱਚ ਨਾ ਧੀਆਂ ਦਾ ਲਾਡ ਹੁੰਦਾ ਹੈ, ਬਹੁਤ ਲਾਡ ਹੁੰਦਾ ਹੈ, ਕਰਨਾ ਵੀ ਚਾਹੀਦਾ। 10,000 ਦਾ ਸੂਟ ਹੋਵੇ ਨਾ, 10,000 ਦਾ ਸੂਟ, ਮਾਂ ਧੀ ਨੂੰ ਕਵੇ ਵੀ ਪੁੱਤਰ ਪ੍ਰੈਸ ਕਰ ਦੇ, ਤੇ ਪ੍ਰੈਸ ਕਰਦਿਆਂ ਲਾਪਰਵਾਹੀ ਨਾਲ ਸੜ ਜਾਏ ਤੇ ਮਾਂ ਹੋ ਜਾਏ ਅੱਗ ਬਬੂਲੀ, ਤੇ ਪੁੱਤਰ ਆ ਕੇ ਕਹਿੰਦਾ ਖਬਰਦਾਰ ਤੈਨੂੰ ਇਸ ਤਰ੍ਹਾਂ ਦੇ 50 ਸੂਟ ਲਿਆ ਦਾਂ, ਮੇਰੀ ਧੀ ਨੂੰ ਨਾ ਝਿੜਕੀ। ਇੱਕ ਝਿੜਕਦਾ ਹੈ ਤੇ ਦੂਜਾ ਵਰਾ ਲੈਂਦਾ। ਪਰ ਯਾਦ ਰੱਖੋ, ਸਹੁਰੇ ਘਰ ਵਿੱਚ ਇਸ ਤਰ੍ਹਾਂ ਹੋ ਜਾਏ ਤੇ ਕਹਿੰਦੇ ਨੇ ਤੇਰੀ ਨਲਾਇਕ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂਗਾ। ਇਹ ਕੇਵਲ ਗੱਲ ਸਮਝਣ ਲਈ ਇੱਕ ਉਦਾਹਰਨ। ਭਾਈ ਸਾਹਿਬ ਕਹਿੰਦੇ ਨਹਿਰ, ਇੱਕ ਤੇ ਨਹਿਰ ਅੱਜ ਇਹਨੂੰ ਰੀਵਰ ਕਹਿੰਦੇ ਹੋ, ਇੱਕ ਨੰਨੇ ਨੂੰ ਦਲਾਵਾਂ ਲੱਗ ਜਾਣ ਨਾ, ਹਾਹਾ ਤੇ ਰਾਰਾ। ਤੁਸੀਂ ਦਿੱਲੀ ਤੋਂ ਥੋੜੇ ਜਿਹੇ ਪਰਾਂ ਟੁਰ ਜਾਓ, ਗਾਜ਼ੀਆਬਾਦ ਹੈ, ਬੁਲੰਦ ਸ਼ਹਿਰ ਹੈ, ਬਿੰਦਰਾਬਨ ਹੈ, ਮਥੁਰਾ ਹੈ, ਉੱਥੇ ਕੋਈ ਲੜਕੀ ਵਿਆਹੀ ਹੋਈ ਕੁੜੀ ਕਿਸੇ ਅੱਡੇ ਤੇ ਬੈਠੀ ਹੋਵੇ ਤੇ ਜਾ ਰਹੀ ਹੋਵੇ ਪੇਕੇ, ਤੇ ਕੋਈ ਉਹਨੂੰ ਪੁੱਛੇ ਵੀ ਕਿੱਥੇ ਚੱਲੀ ਹੈ, ਤਾਂ ਪਤਾ ਕੀ ਕਹੇਗੀ? ਨਹਿਰ ਜਾਊਂਗੀ। ਨਹਿਰ ਮੈਨੇ ਪੇਕਾ ਕਰ। ਆ ਨਹਿਰ ਨਹੀਂ, ਜਿਹੜੀ ਰੀਵਰ ਹੈ, ਨਹਿਰ। ਨੰਨੇ ਨੂੰ ਦਲਾਵਾਂ ਹਾਹਾ ਰਾਰਾ, ਪੇਕੇ ਕਰ ਜਾ ਰਹੀ। ਭਾਈ ਸਾਹਿਬ ਕਹਿੰਦੇ ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ। ਪੇਕੇ ਘਰ ਵਿੱਚ ਕੁਆਰੀ ਕੰਨਿਆਂ ਦਾ ਲਾਡ ਵੇਖਿਆ ਜਾਂਦਾ ਹੈ, ਕਰਨਾ ਵੀ ਚਾਹੀਦਾ ਹੈ। ਪਰ ਭਾਈ ਸਾਹਿਬ ਕਹਿੰਦੇ ਵਿਆਹੇ ਸਸੁਰਾਲ ਜਾਏ ਗੁਣਨ ਕੈ ਮਾਨੀਏ। ਜਦੋਂ ਵਿਆਹ ਹੋ ਗਿਆ, ਸਸੁਰਾਲ ਗਈ, ਸਹੁਰੇ ਘਰ ਗਈ, ਉੱਥੇ ਉਹਦੀ ਕਦਰ ਗੁਣਾ ਕਰਕੇ ਆਉਣੀ ਹੈ। ਅਗਲੀ ਉਦਾਹਰਨ, ਬਨਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਮਨੁੱਖ ਵਪਾਰ ਕਰਨ, ਕਾਰੋਬਾਰ ਦੇ ਸਿਲਸਿਲੇ ਵਿੱਚ, ਵਪਾਰ ਦੇ ਸਿਲਸਿਲੇ ਵਿੱਚ ਪ੍ਰਦੇਸ਼ ਵਿੱਚ ਜਾਏ, ਉਥੋਂ ਉਹ ਕੁਝ ਕਮਾਈ ਕਰਕੇ ਆਵੇ, ਜੋ ਮੂਲ ਲੈ ਕੇ ਗਿਆ ਹੈ ਨਾ, ਉਸ ਮੂਲ ਦੇ ਨਾਲ ਕੁਝ ਹੋਰ ਕਮਾ ਕੇ ਲਿਆਵੇ, ਤੇ ਲੋਕ ਉਹਨੂੰ ਲਾਇਕ ਕਹਿੰਦੇ ਨੇ। ਪਰ ਜਿਹੜਾ ਨਾਲਾਇਕ ਕਮਾਣਾ ਤੇ ਦੂਰ, ਜਿਹੜੀ ਪੂੰਜੀ ਲੈ ਕੇ ਗਿਆ ਸੀ ਉਹ ਪੂੰਜੀ ਵੀ ਗਵਾਵੇ, ਤੇ ਲੋਕ ਉਹਨੂੰ ਖਿਮਾ ਕਰਨਾ ਨਾਲਾਇਕ ਕਹਿੰਦੇ ਨੇ। ਨਾਲਾਇਕ। ਬਨਜ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈ ਹੈ ਸਪੂਤ ਲਾਭ ਲਬਦ ਕयानी है। ਤੀਜੀ ਉਦਾਹਰਨ, ਜੈਸੇ ਤੋਂ ਪਰਦਲ ਮੈਂ ਅਕੇਲੋ ਜਾਏ ਜੀਤ ਆਵੇ। ਸਾਹਮਣੇ ਵੈਰੀ ਦਾ ਦਲ ਹੈ, ਲੱਖਾਂ ਦਾ ਲਸ਼ਕਰ ਹੈ, ਕੱਲਾ ਘੋੜੇ ਨੂੰ ਅੱਡੀ ਲਾ ਕੇ ਉਹਦੇ ਚ ਵੜ ਜਾਏ ਔਰ ਆਊ ਲਾ ਕੇ ਫਤਿਹ ਦੇ ਦਿਗਵਿਜੇ ਦੇ ਧੌਂਸੇ ਵਜਾਉਂਦਾ ਹੋਇਆ ਵਾਪਸ ਪਰਤੇ, ਤੇ ਲੋਕ ਕਹਿੰਦੇ ਨੇ ਵਾਹ ਬਈ ਵਾਹ, ਕਮਾਲ ਕਰ ਦਿੱਤੀ ਹੈ, ਕੱਲੇ ਨੇ ਸਭ ਨੂੰ ਪਛਾੜ ਦਿੱਤਾ। ਉਹਨੂੰ ਸੂਰਮਾ ਕਹਿੰਦੇ ਨੇ ਲੋਕ। ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਫਿਰ ਗੱਲ ਕੀ ਕਰਦੇ ਨੇ? ਕਹਿੰਦੇ ਨੇ ਮਾਨਸ ਜਨਮ ਪਾਏ, ਮਾਨਸ ਜਨਮ ਪਾਏ, ਚਰਨ ਸ਼ਰਨ ਗੁਰ, ਗੁਰੂ ਦੀ ਚਰਨ ਸ਼ਰਨ ਵਿੱਚ ਆਵੇ, ਸਾਧ ਸੰਗਤ ਮਿਲ, ਰੋਜ਼ ਸੰਗਤ ਵਿੱਚ ਮਿਲੇ, ਗੁਰਦੁਆਰ ਪਹਿਚਾਨੀਏ। ਉਹਨੂੰ ਫਿਰ ਗੁਰੂ ਦੇ ਦਰਵਾਜ਼ੇ ਦੀ ਪਹਿਚਾਨ ਹੁੰਦੀ ਹੈ। ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰਨਾ ਹੋਵੇ ਤੇ ਪਹਿਲਾਂ ਉਹਦਾ ਦਰਵਾਜ਼ਾ ਲੱਭਣਾ ਪੈਂਦਾ ਹੈ। ਕਿਸੇ ਕੰਧ ਵੱਲੋਂ ਆਉਣਾ ਚਾਹੀਏ ਤੇ ਉਹਦੇ ਵੱਲੋਂ ਅਸੀਂ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ। ਇਸ ਲਈ ਦਰ ਦੀ ਬੜੀ ਅਹਿਮੀਅਤ ਹੈ। ਉਸ ਦਰ ਨੂੰ ਲੱਭ ਕੇ ਨਿਰੰਕਾਰ ਦੇ ਕੋਲ ਜਾਣਾ ਹੋਵੇ ਤੇ ਦਰਵਾਜ਼ਾ ਗੁਰਦੁਆਰਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਤੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਹਜ਼ੂਰ ਫਰਮਾਨ ਕਰ ਰਹੇ ਨੇ, ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੇ ਕੰਮ ਸਿੱਖੇ। ਜਿਵੇਂ ਮਾਂ ਘਰ ਦੇ ਵਿੱਚ ਧੀ ਨੂੰ ਸਿਖਾਉਂਦੀ ਏ ਵੀ ਸਹੁਰੇ ਘਰ ਇਹ ਕੰਮ ਐਦਾਂ ਕਰਨੇ ਨੇ, ਇਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਗੁਰੂ ਸਿੱਖ ਨੂੰ ਸਿਖਾਉਂਦਾ ਹੈ ਵੀ ਜੇ ਨਿਰੰਕਾਰ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਨਾ ਹੈ ਤੇ ਇੰਜ ਚੜਿਆ ਜਾਂਦਾ। ਇਹਨੂੰ ਸਪਸ਼ਟ ਕਰਨ ਲਈ ਮੈਂ ਇੱਕ ਬੇਨਤੀ ਕਰਨਾ ਹੁੰਨਾ, ਉਹ ਮੈਨੂੰ ਬੜੀ ਪ੍ਰੀਤਕਾਰ ਲੱਗਦੀ, ਤੁਹਾਡੇ ਤੋਂ ਆਗਿਆ ਲੈ ਕੇ ਫਿਰ ਕਰਦੇ ਹਾਂ। ਗੁਰੂ ਸਾਨੂੰ ਪ੍ਰਪੇਅਰ ਕਰਦਾ ਹੈ, ਗੁਰੂ ਸਾਨੂੰ ਤਿਆਰ ਕਰਦਾ ਵੀ ਨਿਰੰਕਾਰ ਨੂੰ ਪਾ ਜਾਈਏ। ਉਹਨੂੰ ਸਮਝਣ ਲਈ ਮੈਂ ਅਰਜ਼ ਕਰਨਾ ਹੁੰਨਾ ਵੀ ਕੋਈ ਸੰਗੀਤਕਾਰ ਕਿਸੇ ਓਪਰੀ ਜਗ੍ਹਾ ਆਪਣੀ ਜਗ੍ਹਾ ਛੱਡ ਕੇ ਦੂਰ ਚਲਾ ਗਿਆ ਤੇ ਉੱਥੇ ਜਾ ਕੇ ਕਹਿਣ ਲੱਗਾ ਵੀ ਮੈਨੂੰ ਪਤਾ ਲੱਗਾ ਵੀ ਇੱਥੋਂ ਦੇ ਜਿਹੜੇ ਲੋਕ ਨੇ ਉਹ ਸੰਗੀਤ ਪ੍ਰੇਮੀ ਨੇ, ਸੰਗੀਤ ਪ੍ਰੇਮੀ, ਇਲਮ ਦੋਸਤ ਨੇ, ਔਰ ਮੈਂ ਸੰਗੀਤਕਾਰ ਹਾਂ, ਔਰ ਮੈਂ
ਆਪਣੀ ਜਿਹੜੀ ਪਰਫਾਰਮੈਂਸ ਹੈ, ਆਪਣੀ ਜਿਹੜੀ ਫਨ ਹੈ, ਉਹ ਤੁਹਾਡੇ ਸਾਹਮਣੇ ਪ੍ਰਸਤੁਤ ਕਰਨੀ ਚਾਹੁੰਦਾ। ਜਿਹਦੇ ਨਾਲ ਡਿਸਕਸ ਕਰ ਰਿਹਾ ਸੀ ਉਹ ਕਹਿਣ ਲੱਗਾ ਵੀ ਜੀ ਆਇਆਂ ਨੂੰ, ਜੋ ਤੁਸੀਂ ਸੁਣਿਆ ਬਿਲਕੁਲ ਦਰੁਸਤ ਸੁਣਿਆ। ਇਹ ਵਾਕਈ ਲੋਕ ਇਹ ਇਲਮ ਦੋਸਤ ਨੇ, ਸੰਗੀਤ ਪ੍ਰੇਮੀ ਨੇ, ਪਰ ਇੱਕ ਸਮੱਸਿਆ ਵੀ ਸਾਰੇ ਕਿਰਤੀ ਨੇ, ਦਿਹਾੜੀ ਕੰਮ ਤੇ ਜਾਂਦੇ ਨੇ, ਸ਼ਾਮ ਨੂੰ ਆਉਂਦੇ ਨੇ। ਅਸੀਂ ਇੱਕ ਇਸ ਬਸਤੀ ਦਾ ਮੁਖੀਆ ਬਣਾਇਆ ਹੋਇਆ ਹੈ, ਇੱਥੇ ਕੁਝ ਕਹਿਣ ਤੋਂ ਪਹਿਲਾਂ ਉਹਦੇ ਤੋਂ ਆਗਿਆ ਲੈਣੀ ਪੈਂਦੀ ਹੈ। ਉਹਦਾ ਘਰ ਕਿੱਥੇ ਹੈ ਜੀ? ਉਹ ਸਾਹਮਣੇ ਹੈ। ਗਏ, ਬੇਨਤੀ ਕੀਤੀ, ਉਹ ਕਹਿਣ ਲੱਗੇ ਜੀ ਆਇਆਂ ਨੂੰ, ਜਲ ਛਕੋ, ਪ੍ਰਸ਼ਾਦਾ ਛਕੋ, ਆਰਾਮ ਕਰੋ, ਸ਼ਾਮ ਨੂੰ ਲੋਕ ਆਉਣਗੇ। ਅਸੀਂ ਇੱਕ ਜਗ੍ਹਾ ਵੀ ਬਣਾਈ ਹੋਈ ਹੈ, ਉੱਥੇ ਸਾਰੀ ਬਸਤੀ ਇਕੱਠੀ ਹੋ ਜਾਂਦੀ ਹੈ, ਸਟੇਜ ਸਜਾਈ ਹੋਈ ਹੈ। ਤੁਸੀਂ ਨਿਸ਼ਚਿਤ ਸਮੇਂ ਤੇ ਆ ਜਾਣਾ ਔਰ ਮੈਂ ਸਾਰੀ ਬਸਤੀ ਨੂੰ ਇਕੱਠਾ ਕਰਕੇ ਤੁਹਾਡੇ ਸਾਹਮਣੇ ਬਿਠਾ ਦਿਆਂਗਾ। तो समा आ गया, लोग आके बैठ गए, संगीतकार भी आके स्टेज ते बैठ गया और उन्हें अपना काम शुरू किया। और पहला जिहड़ा गीत सी, तराना सी जां गजल सी, उन्हें गाई और जिवें ही समाप्त की सारे हाल विचों, क्योंकि यूरोप की कथा है, टॉलस्टॉय साहब ने जिक्र किया है, वो कहते हैं सारे हाल विचों आवाज आई वंस मोर। वंस मोर मायने एक बार होर। बड़ा खुश होया। हुण मैं कोई कथा तुहाडे कोल करके जावां ते 2-4-6 महीने बाद आवां ते तुसीं कहो भी ज्ञानी जी तुसीं 6 महीने पहला आए सो ते कथा कीती सी ते ओही कथा दोबारा करना, तो मैं की समझांगा भी ये ओ कथा इन्हां नूं बड़ी चंगी लगी, यही समझांगा ना। कह सारे हाल विचों आवाज आई भी वंस मोर, एक बार होर, दोबारा फिर ओही गीत। जदों समाप्त कीता ते कमाल दी गल है, फिर एक आवाज आई भी वंस मोर, फिर गाया, फिर वंस मोर, फिर गाया, फिर वंस मोर। और कथा कहती 7 वारी गाया और 7 वारी हाल विचों आवाज आई वंस मोर, एक बार होर। हुण दोवें हाथ जोड़ के कहन लगा भरावो तुसी मेरे काम नूं पसंद कीता, उहदे वास्ते तुहाडा धन्नवाद। आखिर मैं भी इंसान हाँ, थक गया, गला भी थक गया है। और कोई गल नहीं, 1 दिन 2 दिन 4 दिन 10 दिन जिन्ने दिन कहिंदे हो मैं रह जाना, बाकी जिहड़ा तुसी मेरे काम नूं पसंद कीता उहदे वास्ते तुहाडा सारिआं दा धन्नवाद। सारे हाल विचों आवाज आई भी असी पसंद नहीं किया, खून पानी बन गया। कह लगे पसंद नहीं किया तो वंस मोर, एक बार होर क्यों कहिंदे सो? ते एक सज्जन उठ के कहन लगा भी ओहदा कारण यह भी शायद तुहानू नहीं पता, ए जिन्ने लोग तुहाडे सामने बैठे ने ये सारे आप संगीतकार ने और बड़े जबरदस्त संगीतकार ने, और तू बेसुरा गा रहे हैं और बेताला गा रहे हैं, तेनू गाउण दी जांच को नहीं। और जदों तक जो तू परफॉर्मेंस कीती है उन्होंने दुरुस्त नहीं गाउंदा, ठीक नहीं गाउंदा, असी तेनू कहंदे रहांगे वंस मोर, एक बार होर। ये तो एग्जाम्पल है। जिंदगी भी एक गजल है, एक गीत है, एक तराना है। जदों जदों इनू बेसुरी गा के बेताली जी के असी निरंकार दे सामने जाने आ, बहुत लंबा समा नहीं, वो टू द पॉइंट कहंदा वंस मोर। और पता नहीं असी किन्नी वारी ये सुन चुके हैं वंस मोर, वंस मोर, वंस मोर। जम जम मरे मरे मर जम्मे, बहुत सजाए पिया देश लम्मे। जे असी चाहुंदे हां भी सानू दोबारा वंस मोर ना सुनना पे ते गुर मिल चज अचार सिख, तुद कदे ना लगे दुख। हजूर कहंदे ने हर हर अपनी कृपा करे, गुरमुख साहुरडे कम सिखे। गुरु दे सन्मुख हो के ਉਹ ਕੰਮ ਸਿੱਖਣੇ ਨੇ ਜਿਨ੍ਹਾਂ ਕਰਕੇ ਪ੍ਰਲੋਕ ਵਿੱਚ ਪ੍ਰਵਾਨ ਚੜੀਦਾ। ਉਹ ਗੁਰੂ ਜਾਚ ਦੱਸਦਾ ਹੈ, ਗੁਰੂ ਵੱਲ ਦੱਸਦਾ ਹੈ, ਜਿਹੜੇ ਫੋਲੋ ਕਰਦੇ ਨੇ ਉਹ ਸਫਲ ਹੋ ਜਾਂਦੇ ਹਨ। ਸਾਹਰੜੇ ਕਮ ਸਿੱਖੈ, ਗੁਰਮੁਖ ਹਰ ਹਰ ਸਦਾ ਧਿਆਏ। ਇਸ ਪ੍ਰਕਾਰ ਕੀ ਹੁੰਦਾ ਹੈ, ਜਿਹੜਾ ਗੁਰੂ ਦੀ ਸ਼ਰਨ ਪੈ ਕੇ ਉਹ ਗੁਣ ਸਿੱਖਦਾ ਹੈ, ਜਿਹੜੇ ਸਹੁਰੇ ਘਰ ਪ੍ਰਲੋਕ ਵਿੱਚ ਕੰਮ ਆਉਂਦੇ ਨੇ, ਉਹਦੇ ਜੀਵਨ 'ਚ ਇੱਕ ਕ੍ਰਾਂਤੀ ਆਉਂਦੀ ਹੈ। ਔਰ ਕੀ ਆਉਂਦੀ ਹੈ? ਹਰ ਹਰ ਸਦਾ ਧਿਆਵੇ। ਉਹ ਹਰ ਵਕਤ ਹਰੀ ਦਾ ਸਿਮਰਨ ਕਰਦਾ ਰਹਿੰਦਾ ਹੈ। ਉਹਦਾ ਸਿਮਰਨ ਮਾਨੋ ਆਟੋਮੈਟਿਕ ਹੋ ਜਾਂਦਾ ਹੈ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਉਹ ਫਿਰ ਚੱਲਦਾ ਰਹਿੰਦਾ ਹੈ। ਇਹ ਇੱਕ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਵੀ ਸਿਮਰਨ ਉਹਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਤੇ ਉਹ ਕਹਿੰਦਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਾਹ ਵਾਹ ਲੁੜਾਏ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸਾਹਿਬਾਨ ਦਾ, ਜਿਨ੍ਹਾਂ ਨੇ ਇਤਨੀ ਰਹਿਮਤ ਕੀਤੀ, ਬੜੇ ਸਾਦਾ ਢੰਗ ਨਾਲ ਤੇ ਬੜੇ ਕਮਾਲ ਦੀਆਂ ਗੱਲਾਂ ਦੇ ਨਾਲ ਸਾਨੂੰ ਪ੍ਰਪੇਅਰ ਕੀਤਾ। ਸਹੀਆਂ ਵਿੱਚ ਫਿਰੈ ਸੁਹੇਲੀ, ਜਿਹੜੀ ਬੀਬਾ ਪ੍ਰਪੇਅਰ ਹੋਵੇ ਆਪਣੇ ਕੰਮਕਾਰ ਵਿੱਚ ਔਰ
ਪਹਿਲਾਂ ਤੋਂ ਟੈਨਸ਼ਨ ਲਈ ਹੋਵੇ ਵੀ ਸਹੁਰੇ ਘਰ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਉਹਨਾਂ ਦੀਆਂ ਪ੍ਰਸਥਿਤੀਆਂ ਇਸ ਤਰ੍ਹਾਂ ਦੀਆਂ ਨੇ, ਉਹਨਾਂ ਦਾ ਮਾਹੌਲ ਇਸ ਤਰ੍ਹਾਂ ਦਾ ਹੈ, ਔਰ ਆਪਣੇ ਆਪ ਨੂੰ ਪ੍ਰਪੇਅਰ ਕਰ ਲਿਆ, ਤੁਸੀਂ ਵਿਆਹ ਦੇ ਦਿਨਾਂ ਵਿੱਚ ਧਿਆਨ ਨਾਲ ਉਸ ਬੱਚੀ ਦਾ ਚਿਹਰਾ ਵੇਖੋ, ਉਹ ਤੁਹਾਨੂੰ ਬਾਡੀ ਲੈਂਗੁਏਜ ਤੋਂ ਬਿਲਕੁਲ ਟੈਨਸ਼ਨ 'ਚ ਨਜ਼ਰ ਨਹੀਂ ਆਵੇਗੀ। ਪਰ ਬਹੁਤ ਸਾਰੇ ਐਸੇ ਕੇਸ ਜਿਹੜੀਆਂ ਬੱਚੀਆਂ ਪ੍ਰਪੇਅਰ ਨਹੀਂ ਹੁੰਦੀਆਂ, ਉਹ ਜਿਹੜਾ ਖੁਸ਼ੀ ਦਾ ਸਮਾਂ ਹੈ, ਮੈਨੂੰ ਖਿਮਾ ਕਰਨਾ, ਉਹ ਕਈ ਵਾਰ ਗਮੀ ਦਾ ਵਾਤਾਵਰਣ ਸਿਰਜ ਦਿੰਦਾ ਹੈ। ਉਹਦਾ ਕਾਰਨ ਇਹ ਹੁੰਦਾ ਹੈ ਵੀ ਅੰਦਰ ਇੱਕ ਧੁੱਖ ਤੁਖੀ ਹੈ, ਔਰ ਅੰਦਰਲੀ ਧੁੱਖ ਤੁਖੀ ਜਿਹੜੀ ਹੈ ਚਿਹਰੇ ਦੇ ਉੱਤੇ ਉਹਦੇ ਸਾਫ਼ ਦਰਸ਼ਨ ਹੁੰਦੇ ਨੇ, ਔਰ ਉਹਦਾ ਚਿਹਰਾ ਵੇਖ ਕੇ ਮਾਂ ਵੀ ਉਦਾਸ ਹੈ, ਪਿਤਾ ਵੀ ਉਦਾਸ ਹੈ, ਭਰਾ ਵੀ ਉਦਾਸ ਹੈ, ਭੈਣ ਵੀ ਉਦਾਸ ਹੈ, ਔਰ ਆਲਾ ਦੁਆਲਾ ਵੀ ਉਦਾਸ ਹੈ। ਠੀਕ ਇਸੇ ਤਰ੍ਹਾਂ ਜਿਨੇ ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ ਲਿਆ, ਉਹ ਖਿੜੇ ਮੱਥੇ ਹੈ, ਉਹ ਦਰਵਾਜ਼ੇ ਖੋਲ ਕੇ ਮੌਤ ਦਾ ਇੰਤਜ਼ਾਰ ਕਰਦਾ ਹੈ। ਉਹਨੂੰ ਪਤਾ ਵੀ ਮੌਤ ਇੱਕ ਜ਼ਰੀਆ ਹੈ, ਉਹ ਮੇਰੇ ਕੋਲੋਂ ਇਹ ਕਾਇਆਂ ਦੀ ਮੰਡੋਲੀ ਖੋਏਗੀ, ਇਸ ਪਿੰਜਰੇ ਚੋਂ ਮੇਰੀ ਆਤਮਾ ਨੂੰ ਆਜ਼ਾਦ ਕਰੇਗੀ, ਔਰ ਮੇਰੀ ਆਤਮਾ ਪਰਮਾਤਮਾ ਦੇ ਵਿੱਚ ਇੰਜ ਵਿਲੀਨ ਹੋ ਜਾਏਗੀ ਜਿਵੇਂ ਅਸਮਾਨ ਵਿੱਚੋਂ ਕੋਈ ਬੂੰਦ ਸਾਗਰ ਵਿੱਚ ਡਿੱਗ ਕੇ ਸਾਗਰ ਦਾ ਹੀ ਰੂਪ ਹੋ ਜਾਂਦੀ। ਇਸ ਵਾਸਤੇ ਹਜ਼ੂਰ ਬਖਸ਼ਿਸ਼ ਕਰਦੇ ਨੇ ਪਏ ਤੇ ਕਹਿੰਦੇ ਨੇ, ਸਾਹੁਰੜੇ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ, ਸਈਆਂ ਵਿੱਚ ਫਿਰੈ ਸੁਹੇਲੀ ਹਰ ਦਰਗਹਿ ਬਾਂਹ ਲੁੜਾਏ। ਉਹ ਸਤ ਸੰਗੀ ਸਹੇਲੀਆਂ ਵਿੱਚ ਨਾ ਸੁਹੇਲੀ ਫਿਰਦੀ ਹੈ। ਸੁਹੇਲੀ ਦੇ ਅਰਥ ਕੀ ਨੇ? ਸੌਖੀ, ਖੁਸ਼ ਹੈ। ਔਰ ਜਦੋਂ ਸਈਆਂ ਨੂੰ ਛੱਡ ਕੇ ਸਹੁਰੇ ਘਰ ਜਾਂਦੀ ਹੈ, ਜਦੋਂ ਸੰਸਾਰ ਨੂੰ ਛੱਡ ਕੇ ਗੁਰਮੁਖ ਜੀਵ ਇਸਤਰੀ ਪ੍ਰਲੋਕ ਵਿੱਚ ਜਾਂਦੀ ਹੈ, ਤੇ ਉੱਥੇ ਕੀ ਹੁੰਦਾ ਹੈ? ਹਰ ਦਰਗਹਿ ਬਾਂਹ ਲੁੜਾਏ। ਬਾਂਹ ਨੂੰ ਇਉਂ ਉੱਚਾ ਕਰਕੇ ਤੇ ਲੁੱਡੀ ਪਾਣੀ, ਪ੍ਰਤੀਕ ਹੈ ਖੁਸ਼ੀ ਦਾ। ਆ ਭੰਗੜਾ ਪਾਉਣ ਵਾਲਿਆਂ ਨੂੰ ਤੁਸੀਂ ਦੇਖਦੇ ਹੋ ਨਾ। ਹਾਲਾਂਕਿ ਪ੍ਰਲੋਕ ਜਾਣ ਵੇਲੇ ਮੰਡੌਲੀ ਇੱਥੇ ਰਹਿ ਜਾਂਦੀ ਹੈ। ਸੈਂਸ ਕੀ ਹੈ? ਉਹ ਜੀਵ ਇਸਤਰੀ ਪਰਮਾਤਮਾ ਦੇ ਸਾਹਮਣੇ ਉਜਲ ਮੁੱਖ ਜਾਂਦੀ ਹੈ। ਕਿਉਂ? ਕਿਉਂਕਿ ਜੀਵਨ ਸੁਰ ਵਿੱਚ ਜੀਵਿਆ, ਜੀਵਨ ਤਾਲ ਵਿੱਚ ਜੀਵਿਆ, ਜੋ ਕਰਨਾ ਸੀ ਉਹ ਕਰ ਲਿਆ, ਪ੍ਰਭੂ ਦੀ ਦ੍ਰਿਸ਼ਟੀ ਵਿੱਚ ਉਹਨੇ ਪ੍ਰਵਾਨ ਚੜ੍ਹਨਾ। ਪਰ ਦੂਸਰੇ ਪਾਸੇ ਜਿਸ ਮਹਾਤੜ ਨੇ ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਜ਼ਿੰਦਗੀ ਰੂਪੀ ਜਿਹੜੇ ਬੇਸ਼ਕੀਮਤੀ ਸਵਾਸ ਨੇ ਉਹ ਜ਼ਾਏ ਕੀਤੇ ਨੇ, ਉਹ ਅੰਤ ਵੇਲੇ ਆਮ ਤੌਰ ਤੇ ਦੁਖੀ ਵੇਖੇ ਜਾਂਦੇ ਨੇ। ਇਸ ਵਾਸਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਜੇਕਰ ਸਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜਪ ਹਰ ਹਰ ਨਾਮ ਕੇ ਰੱਖੈ। ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਇਸ ਤਰ੍ਹਾਂ ਦਾ ਗੁਰਮੁਖ ਜੀਵ ਇਸਤਰੀ ਜਿਹੜੀ ਗੁਰੂ ਦੇ ਸਨਮੁਖ ਹੋ ਕੇ, ਦੇਖੋ ਇੱਕ ਗੱਲ ਤੇ ਪੱਕੀ ਹੈ ਵੀ ਜਿਹੜਾ ਬੱਚਾ ਕਿਸੇ ਕਲਾਸ ਦੀ ਸਟਾਰਟਿੰਗ ਤੋਂ ਹੀ ਟੈਨਸ਼ਨ ਲਵੇ ਵੀ ਰੋਜ਼ ਸਕੂਲ ਜਾਣਾ ਹੈ, ਧਿਆਨ ਨਾਲ ਅਧਿਆਪਕਾਂ ਦੀ ਗੱਲ ਸੁਣਨੀ ਹੈ, ਪਲੱਸ ਹੋਮਵਰਕ ਨੂੰ ਘਰ ਆ ਕੇ ਕਰਨਾ ਹੈ, ਔਰ ਫਿਰ ਜੇ ਸਮਾਂ ਲੱਗ ਜਾਏ, ਮਾਪੇ ਇੰਨੀ ਕੁ ਵਿੱਥ ਰੱਖਦੇ ਨੇ ਬਈ ਉਹ ਕੋਈ ਕੋਚਿੰਗ ਵੀ ਦਵਾ ਸਕਦੇ ਨੇ, ਟਿਊਸ਼ਨ ਵੀ ਦਵਾ ਸਕਦੇ ਨੇ, ਤੇ ਫਿਰ ਉਹ ਕਈ ਵਾਰ ਉਹਨੂੰ ਟਿਊਸ਼ਨ ਵੀ ਦਵਾ ਦਿੰਦੇ ਨੇ। ਹੁਣ ਇਸ ਤਰ੍ਹਾਂ ਦਾ ਬੱਚਾ ਜਿਹੜਾ ਸਕੂਲੇ ਵੀ ਪੜ੍ਹਦਾ ਹੈ, ਘਰ ਆ ਕੇ ਹੋਮਵਰਕ ਵੀ ਕਰਦਾ ਹੈ, ਤੇ ਕੋਚਿੰਗ ਵੀ ਧਿਆਨ ਨਾਲ ਲਾਉਂਦਾ ਹੈ, ਔਰ ਰੈਗੂਲਰ ਲਗਾਤਾਰ ਉਹ ਬੱਚਾ ਅਵੇਅਰ ਹੈ, ਉਸ ਬੱਚੇ ਨੂੰ ਇਮਤਿਹਾਨਾਂ ਦੇ ਦਿਨਾਂ ਵਿੱਚ ਤੁਸੀਂ ਮਾਯੂਸ ਨਹੀਂ ਦੇਖੋਗੇ। ਪਰ ਜਿਹਨੇ ਸਾਰਾ ਸਾਲ ਸ਼ਰਾਰਤਾਂ ਕੀਤੀਆਂ ਨੇ, ਸਾਰਾ ਸਾਲ ਵਕਤ ਜ਼ਾਇਆ ਕੀਤਾ ਹੈ, ਸਕੂਲ ਵਿੱਚ ਪ੍ਰੋਪਰ ਅਟੈਂਡੈਂਸ ਕੋ ਨਹੀਂ ਗੀ, ਅਧਿਆਪਕ ਖਫਾ ਨੇ, ਮਾਂ ਪਿਓ ਖਫਾ ਨੇ, ਘਰ ਆ ਕੇ ਹੋਮਵਰਕ ਕੋ ਨਹੀਂ ਕਰਦਾ, ਔਰ ਕੋਚਿੰਗ ਦੀ ਗੱਲ ਤੇ ਕਿਤੇ ਦੂਰ ਰਹੀ, ਇਸ ਤਰ੍ਹਾਂ ਦੇ ਬੱਚੇ ਨੂੰ ਇਮਤਿਹਾਨਾਂ ਦੇ ਦਿਨਾਂ ਵਿੱਚ ਤੁਸੀਂ ਰਿਲੈਕਸ ਨਹੀਂ ਦੇਖੋਗੇ, ਟੈਨਸ਼ਨ 'ਚ ਦੇਖੋਗੇ। ਇਹ ਤੇ ਇੱਕ ਐਗਜ਼ਾਮਪਲ ਹੈ। ਦ੍ਰਿਸ਼ਟਾਂਤ ਕੀ ਹੈ? ਜਿਹੜੀ ਜੀਵ ਇਸਤਰੀ ਸੰਸਾਰ ਵਿੱਚ ਰਹਿੰਦਿਆਂ ਅਵੇਸਲੀ ਹੋ ਗਈ, ਲਾਪਰਵਾਹ ਹੋ ਗਈ, ਪ੍ਰਲੋਕ ਜਾਣ ਦੀ ਟੈਨਸ਼ਨ ਹੀ ਦੂਰ ਕਰ ਦਿੱਤੀ, ਉਹਨੂੰ ਅੰਤ ਵੇਲੇ ਜਿਵੇਂ ਉਸ ਨਾਲਾਇਕ ਬੱਚੇ ਨੂੰ ਇਮਤਿਹਾਨਾਂ ਦੇ ਦਿਨਾਂ ਵਿੱਚ ਮਾਯੂਸ ਹੋਣਾ ਪੈਂਦਾ, ਉਹਨੂੰ ਮਾਯੂਸ ਹੋਣਾ ਪਏਗਾ। ਪਰ ਜਿਹੜੀ ਰੋਜ਼ ਸਾਧ ਸੰਗਤ ਰੂਪੀ ਸਕੂਲ ਵਿੱਚ ਜਿਹਦੀ ਅਟੈਂਡੈਂਸ ਹੈ, ਬੜੇ ਧਿਆਨ ਨਾਲ ਪ੍ਰਚਾਰਕ ਜਾਂ ਕੀਰਤਨੀਏ ਰੂਪੀ ਟੀਚਰ ਦੀ ਗੱਲ ਨੂੰ ਤਵੱਜੋ ਦਿੰਦਾ ਹੈ, ਔਰ ਫਿਰ ਘਰ ਆ ਕੇ ਨਿਤਨੇਮ ਰੂਪੀ ਹੋਮਵਰਕ ਕਰਦਾ ਹੈ, ਔਰ ਫਿਰ ਥੋੜਾ ਬਹੁਤਾ ਵਾਧੂ ਕੰਮ ਵੀ ਕੋਚਿੰਗ ਰੂਪ 'ਚ ਕਰਦਾ ਹੈ, ਉਹਨੂੰ ਫਿਰ ਅੰਤ ਸਮੇਂ ਨੀਮੋ ਚੂਣੇ ਨਹੀਂ ਹੋਣਾ ਪੈਂਦਾ, ਕਿਉਂਕਿ ਉਹਨੂੰ ਪਤਾ ਹੈ ਵੀ ਮੈਂ ਪੂਰੀ ਤਰ੍ਹਾਂ ਪ੍ਰਪੇਅਰ ਹਾਂ। ਫਿਰ ਇਸ ਤਰ੍ਹਾਂ ਦੀ ਜੀਵ ਇਸਤਰੀ ਦਾ ਧਰਮਰਾਜ ਨਾਲ ਕੀ ਵਾਸਤਾ ਹੈ? ਕੋਈ ਵਾਸਤਾ ਨਹੀਂ। ਜਿਨ੍ਹਾਂ ਨੇ ਐਸਾ ਕੀਤਾ ਉਹਨਾਂ ਨੇ ਤਾਂ ਫਿਰ ਧਰਮਰਾਜ ਨੂੰ ਚੈਲੰਜ ਕੀਤੇ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੇਰੇ ਬਾਰੇ ਤੁਸੀਂ ਜੋ ਲਿਖਣਾ ਲਿਖ ਲਓ, ਮੈਨੂੰ ਤੁਹਾਡਾ ਕੋਈ ਡਰ ਨਹੀਂ। ਕਿਉਂ? ਕਿਉਂਕਿ ਮੋਹ ਜਮ ਡੰਡ
ਨਾ ਲੱਗਈ ਤਜੀ ਲੈ ਸਰਬ ਜੰਜਾਲ। ਮੈਂ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੀ ਨਹੀਂ ਵੀ ਤੁਸੀਂ ਮੇਰੇ ਬਾਰੇ ਕੁਝ ਊਲ ਜਲੂਲ ਲਿਖ ਕੇ ਤੇ ਬਾਅਦ ਵਿੱਚ ਪੁੱਛੋ ਵੀ ਤੂੰ ਇਹ ਕੰਮ ਕਿਉਂ ਕੀਤਾ ਹੈ। ਮੈਂ ਪੂਰੀ ਤਰ੍ਹਾਂ ਕਨਫਰਮ ਆ ਵੀ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ, ਇਸ ਲਈ ਮੈਨੂੰ ਤੁਹਾਡੇ ਤੋਂ ਡਰਨ ਦੀ ਲੋੜ। ਬਾਣੀਕਾਰ ਤੇ ਇੱਥੋਂ ਤੱਕ ਕਹਿੰਦੇ ਨੇ ਵੀ ਇਸ ਤਰ੍ਹਾਂ ਦੀ ਰੂਹ ਧਰਮਰਾਜ ਦੇ ਸਾਹਮਣੇ ਜਾਏ ਤੇ ਉਹ ਹੱਥ ਜੋੜ ਕੇ ਤੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਕਹਿੰਦਾ, ਜੀ ਆਇਆਂ ਨੂੰ, ਧੰਨ ਭਾਗ, ਅੱਜ ਦਾਸ ਦਾ ਵੀ ਘਰ ਪਵਿੱਤਰ ਹੋ ਗਿਆ। ਧਰਮਰਾਜ ਐਸੇ ਚਵੈ, ਧਰਮਰਾਜ ਇਉਂ ਕਹਿੰਦਾ, ਕਿ ਕਹਿੰਦਾ ਕੀਤੋਨ ਭਵਨ ਪੁਨੀਤ, ਅੱਜ ਦਾਸ ਦਾ ਘਰ ਪਵਿੱਤਰ ਕਰ ਦਿੱਤਾ ਜੀ। ਹਜ਼ੂਰ ਕਹਿੰਦੇ ਨੇ ਲੇਖਾ ਧਰਮਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖ ਹੈ। ਕਿਰਖ ਹੈ ਦੇ ਅਰਥ ਹੁੰਦੇ ਨੇ ਕਿਸੇ ਚੀਜ਼ ਨੂੰ ਖਿੱਚਣਾ। ਜਿਸ ਤਰ੍ਹਾਂ ਤੁਸੀਂ ਕਹਿੰਦੇ ਗੁਰਤਵਾਕਰਸ਼ਣ, ਗੁਰਤਵਾ ਪਲੱਸ ਆਕਰਸ਼ਣ, ਉਥੋਂ ਹੀ ਇਹ ਕਿਰਖਾ ਸ਼ਬਦ ਬਣਿਆ, ਕਿਸੇ ਚੀਜ਼ ਨੂੰ ਖਿੱਚਣਾ। ਉਹ ਜਿਹੜੇ ਧਰਮਰਾਜ ਦਾ ਲੇਖਾ ਹੈ ਉਹ ਭਾਵ ਉਹਨੂੰ ਨਿਬੇੜ ਦਿੰਦਾ ਹੈ। ਉਹਨੇ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਹੁੰਦਾ ਵੀ ਉਹਨੂੰ ਜਮਾ ਆਦਿਕ ਦੇ ਵਸ ਪੈਣਾ ਪਵੇ। ਮੁੰਦ ਇਆਣੀ ਪਈੜੈ ਗੁਰਮੁਖ ਹਰ ਦਰਸ਼ਨ ਦਿਖੈ। ਇਸ ਪ੍ਰਕਾਰ ਪਹਿਲਾ ਮਹਾਰਾਜ ਕਹਿੰਦੇ ਨੇ ਮੁੰਦ ਇਆਣੀ ਪਈੜੇ ਕਿਉਂ ਕਰ ਹਰ ਦਰਸ਼ਨ ਪਿਖੈ। ਜਿਹੜੀ ਲਾਪਰਵਾਹ ਜੀਵ ਇਸਤਰੀ ਹੈ, ਉਹ ਜਿਹੜੀ ਬੇਖੌਫ ਹੋ ਕੇ ਜ਼ਿੰਦਗੀ ਬਸ਼ਰ ਕਰਦੀ ਹੈ, ਗੁਰੂ ਦੀ ਭੈ ਭਾਵਣੀ ਨਹੀਂ, ਨਿਰੰਕਾਰ ਦੀ ਯਾਦ ਨਹੀਂ, ਉਹਨੂੰ ਦਰਸ਼ਨ ਨਹੀਂ ਹੁੰਦੇ। ਫਿਰ ਦਰਸ਼ਨ ਕਰਨ ਦੀ ਜਾਂਚ ਦੱਸ ਕੇ ਇਸੇ ਪਦੇ ਦੇ ਅਖੀਰ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਮੁੰਦ ਇਆਣੀ ਪਈੜੈ ਗੁਰਮੁਖ ਹਰ ਦਰਸ਼ਨ ਪਿਖੈ। ਜਿਹੜੀ ਜਵਾਨ ਇਸਤਰੀ ਰੂਪੀ ਜੀਵ ਇਸਤਰੀ ਏ, ਭਾਵੇਂ ਉਹ ਇਆਣੀ ਸੀ, ਜੇ ਉਹ ਗੁਰੂ ਦੇ ਸਨਮੁਖ ਹੋ ਕੇ ਗੁਰ ਮਿਲ ਚੱਜ ਆਚਾਰ ਸਿੱਖ ਦੀ ਪੰਕਤੀ ਨੂੰ ਮੂਰਤੀਮਾਨ ਕਰ ਲੈਂਦੀ ਏ ਤੇ ਉਹਨੂੰ ਦਰਸ਼ਨ ਪਿੱਖੇ ਤੋਂ ਮੁਰਾਦ ਕੀ ਨੇ? ਜੀਵ ਆਤਮਾ ਨੂੰ ਪ੍ਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਤੋ ਸੈਂਸ ਕੀ ਹੈ? ਸੈਂਸ ਇਹ ਹੈ ਵੀ ਜੇ ਜੀਵ ਚਾਹੁੰਦਾ ਹੈ ਵੀ ਆਵਾਗੁਣ ਦਾ ਚੱਕਰ ਮੁੱਕ ਜਾਏ ਤੇ ਉਹਦੇ ਵਿੱਚ ਸਹਾਇਤਾ ਸਿਰਫ ਗੁਰਦੇਵ ਕਰ ਸਕਦੇ ਨੇ। ਗੁਰਦੇਵ ਭਗਤ ਕਬੀਰ ਸਾਹਿਬ ਨੇ ਇੱਕ ਥਾਂ ਤੇ ਕਿਹਾ ਨਾ ਵੀ ਜੇ ਮੈਨੂੰ ਕੋਈ ਪੁੱਛੇ ਵੀ ਤੂੰ ਤੇ ਗਰੀਬੜਾ ਜਿਹਾ ਜਲਾਹਾ ਹੈ, ਸੁਣਿਆ ਤੈਨੂੰ ਜੀਂਦੇ ਜੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ, ਤੇ ਉਹ ਕਿਵੇਂ ਹੋ ਗਈ ਹੈ? ਉਹ ਫਿਰ ਕਹਿੰਦੇ ਵੀ ਮੈਂ ਕਹਿੰਦਾ ਵਾਂ ਵੀ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਗੁਰੂ ਨੇ ਮੇਰਾ ਮਾਰਗ ਦਰਸ਼ਨ ਕੀਤਾ। ਜਿਹਨੂੰ ਤੁਸੀਂ ਕਹਿੰਦੇ ਹੋ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਤੇ ਮੈਂ ਜਾ ਕੇ ਉਹਦੀ ਝੋਲੀ 'ਚ ਬਹਿ ਗਿਆ, ਉਹਦਾ ਹੱਥ ਆਪਣੇ ਹੱਥਾਂ 'ਚ ਫੜ ਕੇ ਔਰ ਪਿਛਾਂ ਨੂੰ ਗਰਦਨ ਘੁਮਾ ਕੇ ਅੱਖਾਂ 'ਚ ਅੱਖਾਂ ਪਾ ਕੇ ਕਹਿ ਦਿੱਤਾ, ਹਉ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਹੈ ਠਾਹਰ ਦੁਹਾਂ ਬਸੇਰਾ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਗੁਰੂ ਨੇ ਸਿਰਫ ਮਾਰਗ ਦਰਸ਼ਨ ਕੀਤਾ ਸੀ ਔਰ ਦੱਸਿਆ ਸੀ ਵੀ ਭਟਕ ਨਾ, ਅਸਲ ਵਿੱਚ ਜਿਹਨੂੰ ਮਿਲਣਾ ਚਾਹੁੰਦਾ ਹੈ ਉਹ ਤੇਰੇ ਅੰਦਰ ਹੀ ਏ। ਔਰ ਦੱਸ ਦਿੱਤਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮੈਂ ਜੈਸੇ ਛਾਈ। ਜਿਵੇਂ ਫੁੱਲ ਵਿੱਚ ਸੁਗੰਧੀ ਨਜ਼ਰ ਨਹੀਂ ਆਉਂਦੀ ਪਰ ਮਹਿਸੂਸ ਕੀਤੀ ਜਾ ਸਕਦੀ ਹੈ, ਇਸੇ ਤਰ੍ਹਾਂ ਤੇਰੇ ਅੰਦਰ ਜਿਹੜਾ ਨਿਰੰਕਾਰ ਬੈਠਾ ਹੈ, ਭਾਵੇਂ ਚਰਮ ਦ੍ਰਿਸ਼ਟੀ ਨਾਲ ਦਿਸਦਾ ਨਹੀਂ ਪਰ ਤੂੰ ਉਹਨੂੰ ਮਹਿਸੂਸ ਕਰ ਸਕਦਾ ਹੈ। ਮੁਕਰ ਮੈਂ ਜੈਸੇ ਛਾਈ, ਸ਼ੀਸ਼ਾ ਵੇਖਣ ਵਾਲੇ ਦਾ ਪ੍ਰਤੀਬਿੰਬ ਸ਼ੀਸ਼ੇ ਵਿੱਚ ਦਿਸਦਾ ਹੈ, ਤੈਸੇ ਹੀ ਇਸੇ ਤਰ੍ਹਾਂ ਹਰ ਬਸੈ ਨਿਰੰਤਰ ਅੰਤਰ ਅੰਤਰ, ਬਿਨਾ ਅੰਤਰ ਦੇ, ਰੈਗੂਲਰ ਕੰਟੀਨਿਊ ਤੇਰੇ ਅੰਦਰ ਨਿਰੰਕਾਰ ਦਾ ਨਿਵਾਸ ਹੈ। ਘਟ ਹੀ ਖੋਜੋ ਭਾਈ, ਉਹਨੂੰ ਹਿਰਦੇ 'ਚ ਹੀ ਲੱਭੋ, ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ। ਇਹ ਗੁਰੂ ਇਸ ਗਿਆਨ ਦੀ ਪ੍ਰਾਪਤੀ ਕਰਾਂਦਾ ਹੈ। ਅਖੀਰ 'ਚ ਕਹਿੰਦੇ ਨੇ, ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਇਹ ਜਿਹੜਾ ਭਰਮ ਹੈ, ਮਿਸ ਅੰਡਰਸਟੈਂਡਿੰਗ ਹੈ, ਇਹ ਕਾਈ ਗੁਰੂ ਦੂਰ ਕਰਦਾ ਹੈ ਤੇ ਫਿਰ ਉਹ ਅਸਲ ਗੱਲ ਜਿਹੜੀ ਹੈ ਉਹ ਨਜ਼ਰ ਆਉਂਦੀ। ਮੁੰਦ ਇਆਣੀ ਪਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।